ਮੈਂ ਜਦੋਂ ਵੀ ਸ਼ਹਿਰ ਤੋਂ ਪਿੰਡ ਵੱਲ ਜਾਂਦਾ ਹਾਂ ਤਾਂ ਅਕਸਰ ਮੇਰੇ ਮਾਣ ਕਰਨ ਵਾਲੀਆਂ ਚੀਜ਼ਾਂ ਦੀ ਸੂਚੀ ਛੋਟੀ ਹੁੰਦੀ ਜਾਂਦੀ ਹੈ। ਜੋ ਚੀਜ਼ਾਂ ਮੈਂ 2 ਦਹਾਕੇ ਪਿੰਡ ਵਿੱਚ ਰਹਿ ਕੇ ਨਾ ਸਮਝ ਪਾਇਆ, ਉਹ ਮੈਨੂੰ ਅੱਜ ਸਮਝ ਲੱਗ ਰਹੀਆਂ ਨੇ। सिर से करा के अगले बार से कणक वड्डा बहुत औखा टाइम पास होंगे बहुत ज़्यादा बहुत औखा टाइम पास करना पैंदा है। अच्छा बच्चे ना जो अक्का कुछ कर सकते हैं ना कुछ आप क्यों जिमीदार तो पूरा बचत हैगी है तो गरीब नूं नहीं ਜਿਹੜੀ ਗੱਲ ਹੈ।
ਤਿੰਨੇ ਬਹਿ ਜਾਓ ਇਹਨਾਂ ਨੂੰ ਘੱਟ ਕੱਢ ਰੱਖਿਆ ਤਿੰਨੇ ਬਹਿ ਜਾਓ ਫੋਟੋ ਲਾਓ ਥੋੜੇ ਤਿੰਨੇ ਲਾ ਦੇ ਬਹਿ ਜਾਓ ਚੌੜੇ ਦੀ ਕੋਈ ਲੋੜ ਨਹੀਂ ਸੌਦਾ ਆ ਜੱਟ ਵਾਲਾ ਇੱਥੇ ਪ੍ਰਬੰਧਕ ਬਾਦਲ ਦੀ ਕੁੜੀ ਦੀ ਖੂਸੀ ਨਹੀਂ ਹੋਈ ਪ੍ਰਬੰਧ ਉੱਤੇ ਕੀ ਹੁੰਦਾ ਇੱਥੇ ਜੇ ਪਾਣੀ ਹੈ ਨਹੀਂ ਪੀਣ ਨੂੰ ਪ੍ਰਬੰਧ ਕੀ ਬਾਦਲ ਬਣ ਗਿਆ ਕੈਪਟਨ ਆ ਮੁੱਖ ਮੰਤਰੀ ਤੇ ਉਹਦੇ ਰਾਜ ਦੇ ਵਿੱਚ ਲੋਕ ਐ ਰੁਲੀ ਜਾਂਦੇ ਆ ਉਹਦੀ ਕੁੜੀ ਦੀ ਖੂਸੀ ਬਾਈ ਤੇ ਸਾਨੂੰ ਕੀ ਮਜ਼ਾ ਨਾ ਬੋਲੇ ਵਿੱਚ ਆਉਂਦਾ ਰਜਗਾੜ ਇਹੋ ਜੀ ਗੱਲ ਨਾ ਕਰੇ ਆ ਲਾ ਦੂ ਉਹ ਲਾ ਦੂ ਭੈਣ ਦਾ ਚੱਲਦਾ ਸਾਨੂੰ ਬਜਰਾ ਕੀ ਆ ਅਸੀਂ ਇਲਾਜ ਕਰਿਓ ਆਪਦੀ ਹੁਣ ਸਹੀ ਬੋਲ ਗਲਤ ਨਾ ਬੋਲ ਆ ਗਲਤ ਨਹੀਂ ਬੋਲੀਦਾ ਹੁੰਦਾ ਆਖਰੀ ਫਸਲ ਹੈ ਇਹ ਗੌਰ ਪਾਣ ਕੇ ਲੈ ਲੰਗੇ ਅਸੀਂ ਫੇਰ ਉਹ ਨੰਗ ਦੇ ਨੰਗ ਬਾਦ ਵਾਲੇ ਪੱਠਾ ਬਾਤ ਦੁਨੀਆ ਦਾ ਜ਼ਿਮੀਦਾਰਾਂ ਵਾਸਤੇ ਵੀ ਜ਼ਿਮੀਦਾਰਾਂ ਵਾਸਤੇ ਬਹੁਤ ਹੀ ਇਹ ਮਾੜੀ ਗੰਦਾ ਸਰਕਾਰ ਆ ਇਹਨੇ ਨਾ ਹੁਣ 8 ਕਿਲੋਮੀਟਰ ਤੇ ਲਾ ਕੇ ਟੈਕਸ ਵੀ ਲਾਤਾ ਹੁਣ ਦੁਨੀਆ ਤੇ ਜ਼ਮੀਨ ਤੇ ਕੀ ਕਰਨਗੇ ਜ਼ਿਮੀਦਾਰ ਟੈਕਸ ਲਾਇਆ ਇਹਨੇ ਵੀ 40000 ਰੁਪਿਆ ਕਿੱਲੇ ਨੂੰ ਟੈਕਸ ਲਾਦਾ ਲਾ ਕੀ ਕਰੂਗਾ ਆ ਕੇ ਕਿੱਥੋਂ ਭਰੂਗਾ 40000 ਦੇ ਤਾਂ ਦਾਣੇ ਨਹੀਂ ਹੁੰਦੇ ਸਾਡੀ 40000 ਨੂੰ ਠੇਕੇ ਦੇ ਅਸੀਂ 35000 ਨੂੰ ਲੈਂਦੇ ਸਾਨੂੰ ਪੈਸੇ ਪੂਰੇ ਨਹੀਂ ਹੁੰਦੇ ਤੇ 40 ਉਹਨੂੰ ਭਰ ਕੇ ਟੈਕਸ ਦੇ ਮੇਰੇ ਕਿੱਥੋਂ ਖਾਵਾਂ ਜਵਾਕ ਬੱਚੇ ਕਿੱਥੋਂ ਪਾਲਾਂ ਜੀ ਤੇ 40 ਨੂੰ ਗਾਂ ਠੇਕੇ ਤੇ ਲੈਨੇ ਆ 40 ਉਹਨੇ ਲਾ 36000 ਨੂੰ ਲੈਂਦੇ ਆ 4000 ਅਜੇ ਘੱਟ ਆ 10000 ਖਰਚਾ ਆ ਜਾਂਦਾ ਉਹਦੇ ਤੇ 40 ਨੂੰ ਹੋ ਗਿਆ ਹੁਣ 50000 ਰੁਪਏ ਇੱਕ ਕਿੱਲਾ ਆਪਣੇ ਪੈਂਦਾ ਤੂੜੀ ਭਾਈਦੇ ਗੱਡੀ ਮੈਂ ਸਾਰੀ ਗੱਲ ਸਾਰੀ ਦੱਸ 40000 ਨੂੰ ਕਿੱਲੇ ਤੇ ਠੇਕਾ ਦਿੰਨੇ ਆ ਤੂੜੀ ਭਾਈਦੇ ਸਾਨੂੰ ਹੋਰ ਕੁਝ ਨਹੀਂ ਭਾਈਦਾ 10000 ਖਰਚਾ ਹੋ ਜਾਂਦਾ ਹੁਣ ਭੈਣ ਜਿਹਦੇ ਨਾਲ ਪੜ੍ਹਾਈ ਵਾਲੇ 1500 ਮੰਗੀ ਜਾਂਦੇ ਆ ਤੇ 60-62000 ਰੁਪਇਆ ਸੀਰੀ ਮੰਗੀ ਜਾਂਦਾ 70000 ਰੁਪਇਆ 60000 ਹਾਂ 60000 ਇੱਕ ਬੰਦਾ ਮੰਗਦਾ ਸੀ ਜਿਹਦਾ ਮੰਨਿਆਂ ਦੀ ਮੰਨਿਆਂ ਨੂੰ ਵੀ ਟੈਕਸ ਲਾਉਂਗਾ ਆ ਕਣਕ ਪਈ ਨੂੰ ਆਦੀ ਬਹੁਤ ਪਈ ਆ ਆ ਚੀਜ਼ ਨੂੰ ਇਹ ਤਾਂ ਬਾਲੀਆਂ ਦੀ ਪਈ ਹੈ ਤੇ ਅਸੀਂ ਵੀ ਕਰਾਂਗੇ ਅਸੀਂ ਤਾਂ ਰੱਖੇ ਆਹ ਬੋਲੀ ਨਹੀਂ ਲਾਈ ਚੀਜ਼ ਨੂੰ ਸਿੱਟੀ ਪਈ ਤੇ ਜਿਹੜਾ ਤੋਲਣ ਆ ਗਿਆ ਉਹ ਵੀ ਕੋਈ ਮੈਨੂੰ ਛੱਡ ਦੇ ਮਨ ਜਿਹੜਾ ਧਾਨਕਾ ਉਹ ਵੀ ਆਖਰੇ ਬਈਏ ਆ ਇਹ ਸਾਨੂੰ ਛੱਡ ਦੋ ਕੁਆਟਲ ਜਿਹੜਾ ਕੋਈ ਗਰੀਬ ਮੰਗਤਾ ਹੁੰਦਾ ਮੈਨੂੰ ਛੱਡ ਦੋ ਮਨ ਮਹਾਰਾਜ ਜੇ ਤੇ ਬੂਟਾ ਤੋਲੀ ਜਾਵੇ ਹੈ ਕੀ ਤੇ ਉਹ ਸਾਡੇ ਇੱਕ ਪਾਣੀ ਪਿਉਣ ਵਾਲਾ ਦਾ ਮੈਨੂੰ ਦੇ ਦੇ ਉਹਦਾ ਵੀ ਆ ਸਾਡੇ ਨਿੱਕੇ ਨਿੱਕੇ ਜਵਾਕ ਆ ਤੇ ਆਦਾ ਰੋਟੀ ਲੈ ਕੇ ਵੀ ਜਾਂਦੇ ਆ ਉਹਦੇ ਨਾਲ ਕੀ ਬਣਦਾ ਗਰੀਬ ਦਾ ਦਿਹਾੜੀ ਦਾ ਪਰ ਜ਼ਿਮੀਦਾਰ ਨਹੀਂ ਸੱਦਦੇ ਆਪ ਆਪਦੇ ਘਰ ਦੇ ਘਰ ਹੀ ਕਰ ਲੈਂਦੇ ਨੇ ਸਾਨੂੰ ਕੀ ਦਿੰਦੇ ਜੇ ਗਵਰਨਮੈਂਟ ਵਾਲੀ ਕਣਕ ਆਉਂਦੀ ਸੀਗੀ 35 ਕਿਲੋ ਉਹ ਵੀ ਸਾਨੂੰ 25 ਕਿਲੋ ਦਿੰਦੇ ਆ 10 ਦਿਨ ਵੀ ਨਹੀਂ ਲੰਘਦੇ ਕੁਛ ਵੀ ਨਹੀਂ ਬਣਦਾ ਉਹਦੇ ਨਾਲ ਤੇ ਸਾਲ ਚ ਕਿੰਨੀ ਕਣਕ ਮੋਲੇ ਲੈ ਕੇ ਖਾਈਏ ਕਦੋਂ ਨਹੀਂ ਹੁੰਦੇ ਭੁੱਖੇ ਬਹਿ ਜਾਂਦੇ ਕਿੱਥੋਂ ਲਿਆਈਏ ਫਿਰ ਨਾ ਮੰਗੇ ਤਾਂ ਕੋਈ ਦੇਵੇਦਾਰ ਰਿਸ਼ਤੇਦਾਰ ਸਾਰਾ ਕੁਝ ਟੱਬਰ ਕਮਾਉਂਦਾ ਤਾਂ ਵੀ ਨਹੀਂ ਮਿਹਨਤ ਰੋਜ਼ਗਾਰ ਵਾਲੇ ਕਰਦੇ ਇਹ ਜਦ ਰੋਜ਼ਗਾਰ ਵਾਲੇ ਵੀ ਕੋਈ ਪੈਸਾ ਕੋਈ ਨਹੀਂ ਨਹੀਂ। ਆਉਂਦਾ ਜੇ ਕੀ ਆ ਜਾਂਦਾ ਪੈਸਾ ਦਿੰਦੇ ਆ ਜਾਂਦੇ ਹੈਗੇ ਗਰੀਬਾਂ ਵਾਸਤੇ ਰੋਜ਼ਗਾਰ ਚੱਲੀ ਹੈਗੀ ਉਹ ਵੀ ਕਮਾਲ ਦਿਹਾੜੀਆਂ ਦਾ ਲਾਈ ਜਾ ਤੇ ਮੁੜ ਕੇ ਉਹ ਵੀ ਨਹੀਂ ਦਿੰਦੇ ਪੈਸੇ ਵੀ ਨਹੀਂ ਬਣਦੇ ਸਾਡੇ ਕੋਲ ਚੱਲ ਗਰੀਬਾਂ ਦੀ ਪੈਨਸ਼ਨ ਬਣਦੀ ਉਹ 2-400 ਦੇ ਦੇਣਗੇ ਅੱਗੇ ਗਰੀਬਾਂ ਨੂੰ ਬਹੁਤ ਫਾਇਦਾ ਸੀ ਹੁਣ ਗਰੀਬਾਂ ਨੂੰ ਕੀ ਫਾਇਦਾ ਹੈਗਾ ਕੁਛ ਨਹੀਂ ਬਸ ਨਾ ਬੱਚੇ ਧੁੱਪ 'ਚ ਵੇਖ ਰਹੇ ਆ ਸਰਪੰਚ ਮੈਂਬਰ ਬਣਦੇ ਹੈਗੇ ਸਾਨੂੰ ਕੀ ਦਿੰਦੇ ਗ੍ਰਾਂਟ ਨਹੀਂ ਆਉਂਦੀ ਪਿੰਡ ਚ ਆਉਂਦੀ ਹੈਗੀ ਦਿੰਦੇ ਨਹੀਂ ਆਪਦੀਆਂ ਕੋਠੀਆਂ ਪਾਈ ਜਾਂਦੇ ਨੇ ਗਰੀਬਾਂ ਵਾਸਤੇ ਕੁਛ ਨਹੀਂ ਹੈਗਾ ਆਪੋ ਆਪ ਘਰੇ ਵੜ ਗਏ ਗਰੀਬਾਂ ਨੂੰ ਨਹੀਂ ਦਿੰਦੇ ਕੁਛ
kadang kadang mahal entah खाके कर लियो indra भी kena mahal entah कोले आके बाटी वाला दिसूगी ना आजा तू बैठो कोले ਜੇ ਸਾਡੇ ਆਪਣੇ ਖੇਤ ਹੋਣ ਅਸੀਂ ਬੱਚੇ ਕਿਉਂ ਰੋਲ ਗਏ ਇੱਥੇ ਆਪੇ ਕਿਉਂ ਰੁਲ ਗਏ ਆ ਸਾਡੀਆਂ ਜਵਾਨਾਂ ਨੂੰਹਾਂ ਧੀਆਂ ਅਸੀਂ ਕਦੇ ਵਾਸਤੇ ਕੋਈ ਬੰਦਾ ਆਪਦੀ ਇੱਜ਼ਤ ਰੋਲ ਰਿਹਾ ਅਸੀਂ ਆਪਦੀ ਇੱਜ਼ਤ ਰੋਲ ਰਹੀਆਂ ਧੀਆਂ ਭੈਣਾਂ ਚਲ ਸਾਡੇ ਵਰਗੀਆਂ ਮਾਤਾ ਨੇ ਤਾਂ ਕਰਨਾ ਇਸ ਟਾਈਮ ਤੇ ਤਾਂ ਅਸੀਂ ਵੀ ਇਹ ਕੰਮ ਕਰਨ ਯੋਗ ਨਹੀਂ ਹੈ ਕਿੱਡਾ ਬੁਰਾ ਹਾਲ ਹੈ ਪੁੱਤ ਗਰੀਬ ਦਾ ਅੱਜ ਪਹਿਲੇ ਦਿਨ ਆਏ ਆ ਉੱਪਰੋਂ ਦੇਖੋ ਬੱਦਲ ਦਾ ਕੀ ਹੋਇਆ ਪਤਾ ਨਹੀਂ ਦਿਹਾੜੀ ਮਿਲੇ ਪਤਾ ਨਹੀਂ ਨਾ ਮਿਲੇ ਪੁੱਤ
ਪਵੇ ਸਾਰੀ ਦਿਹਾੜੀ ਜਾਂ ਨਾ ਪਵੇ। ਜੇ ਨਾ ਆਇਆ ਬੱਦਲ ਤਾਂ ਸਾਡੀ ਦਿਹਾੜੀ ਪੈ ਜੂਗੀ, ਜੇ ਬੱਦਲ ਆ ਗਿਆ ਤਾਂ ਕਾਹਦੀਆਂ ਦਿਹਾੜੀਆਂ ਫਿਰ? ਉਹਨਾਂ ਦਾ ਖਰਚਾ ਸਾਡਾ ਪੂਰਾ ਹੁੰਦਾ ਨਹੀਂ ਪੁੱਤ ਜਿੰਨੀ ਅਸੀਂ ਮਿਹਨਤ ਕਰਦੇ ਹਾਂ। ਮੈਂ ਸੀ ਜ਼ਿਮੀਂਦਾਰ ਨਾਲ ਰਲਿਆ ਸੀਗਾ ਜੀ, ਤੇ 20,000 ਰੁਪਏ ਨੌਕਰੀ ਸੀਗਾ ਜੀ, 10,000 ਉਹਨੇ ਮੈਨੂੰ ਵਿਆਜ ਦਿੱਤਾ ਸੀਗਾ 2 ਦੇ ਸੈਂਕੜੇ ਦੇ ਹਿਸਾਬ ਨਾਲ, ਤੇ 6 ਮਹੀਨੇ ਲੱਗੇ ਸੀਗੇ ਉਹਨਾਂ ਨਾਲ ਜੀ। ਬਸ ਐਂ ਮਾੜੇ ਮੋਟੇ ਜਿਹੀ ਤਰਾਜ ਆ ਗਿਆ ਜੀ। ਚਲੋ ਉਹਨਾਂ ਨੂੰ ਜਦੋਂ ਸੋਨੇ ਦੀ ਫਸਲ ਵਧੀਆ ਉੱਭਰ ਗਈ ਵੀ ਪੱਗ ਗਈ ਆਪਣੀ, ਉਹ ਇਹਦੇ 2 ਮੁੰਡੇ ਸੀਗੇ ਜ਼ਿਮੀਂਦਾਰ ਦੇ, ਉਹਨਾਂ ਨੇ ਕੀ ਸੋਚਿਆ ਵੀ ਮਤਲਬ ਐਂ ਕਰਕੇ ਵੀ ਹੁਣ ਫਸਲ ਤਾਂ ਪੁੱਗ ਗਈ ਆਪਣੀ, ਇਹ ਤਾਂ ਸੀਨ ਦੀ ਤਨਖਾਹ ਪਊਗੀ ਹੁਣ ਇਹਦੀ। ਐਂ ਕਰਕੇ ਹੌਲੀ ਹੌਲੀ ਉਦੋਂ ਕਈ ਦਿਨ ਮੇਰੇ ਨਾਲ ਝਗੜਾ ਰੱਖਿਆ ਉਹਨਾਂ ਨੇ। ਚਲੋ ਰਾਤ ਨੂੰ ਮੋਟਰ 'ਤੇ ਵਗ ਗਏ, ਮੈਨੂੰ ਬੁਖਾਰ ਹੋ ਗਿਆ ਜੀ। ਘਰੇ ਆ ਗਿਆ ਜਦੋਂ ਮੈਂ ਸ਼ਾਮ ਨੂੰ, ਘਰੇ ਆਉਂਦੇ ਆਪਾਂ, ਬੁਖਾਰ ਹੋ ਗਿਆ। ਉਹਨਾਂ ਨੂੰ ਪਤਾ ਲੱਗ ਗਿਆ ਵੀ ਬੁਖਾਰ ਹੋ ਗਿਆ, ਜਾਣਾ ਤਾਂ ਹੈ ਨਹੀਂ ਇਹ। ਲਾਈਟ ਨੇ ਆਉਣਾ ਸੀਗਾ ਰਾਤ 1 ਵਜੇ, ਮੈਂ ਗਿਆ 1:30-2 ਵਜੇ। ਉਹ ਟਾਪੂ ਇੱਕ ਮਤਲਬ ਅੱਧਾ ਕਿੱਲਾ ਕਹਿੰਦੇ ਨੇ ਆਪਾਂ, ਉਹ ਪਾਣੀ ਦਾ ਭਰ ਗਿਆ। ਉਹਨਾਂ ਨੇ ਜਾ ਕੇ ਪਤਾ ਨਹੀਂ ਪਤਾ ਲਾਤਾ। ਹੁਣ ਮੈਂ ਤਾਂ ਆਪਦੇ ਹਿਸਾਬ ਨਾਲ ਗਿਆ ਸੀਗਾ, ਜਾ ਕੇ ਉਹਨਾਂ ਨੇ ਕਹਿੰਦੇ ਤੂੰ ਇੱਥੇ ਹੁਣ ਕੀ ਕਰਨਾ ਹੈ, ਸਾਡਾ ਖੇਤ 'ਚ ਸਾਡੀ ਜ਼ਿੰਮੇਵਾਰੀ ਤੇਰੀ ਕੀ ਹੈ? ਕਹਿੰਦਾ ਤੂੰ ਆਇਆ ਨਹੀਂ ਹਜੇ ਤੱਕ। ਮੈਂ ਬੁਖਾਰ 'ਚ ਚੜ੍ਹਿਆ ਸੀਗਾ ਤਾਂ ਕਰਕੇ ਮੇਰੇ ਤੋਂ ਲੇਟ ਹੋ ਗਿਆ। ਉਹਨਾਂ ਨੇ ਹੱਥੋਂ ਪਾਈ ਕਰੀ ਜੀ। ਉਹਦੇ ਪਿਓ ਨੇ ਮੁੰਡੇ ਦੇ ਨੇ, ਉਹ ਇੱਕ ਮੁੰਡਾ ਸੀਗਾ ਨਾਲ ਛੋਟਾ, ਵੱਡਾ ਘਰੇ ਸੀਗਾ। ਉਹਨਾਂ ਦੇ ਪਿਓ ਨੇ ਮਤਲਬ ਮੇਰੇ ਥੱਪੜ ਵੀ ਮਾਰੇ, ਥੱਪੜ ਮਾਰ ਕੇ ਉਹਨੂੰ ਮੋਟਰ ਨੂੰ ਜਿੰਦਾ ਲਾਤਾ ਜੀ। ਮੋਟਰ ਨੂੰ ਜਿੰਦਾ ਲਾ ਕੇ ਅਸੀਂ ਅੰਦਰ ਰੱਖ ਕੇ ਕਹਿੰਦੇ ਵੀ ਸਾਡੇ ਪੈਸੇ ਦੇ ਦਿਓ ਪਰਸਨ ਨੂੰ। ਅਸੀਂ ਸਾਨੂੰ ਕਹਿੰਦੇ ਤੇਰੀ ਕੋਈ ਲੋੜ ਨਹੀਂ ਕਹਿੰਦਾ। ਉਹਨਾਂ ਨੇ ਪਹਿਲਾਂ ਮੈਨੂੰ ਪਿੰਡ 'ਚੋਂ ਦਿਹਾੜੇ 'ਤੇ ਜਾਂਦਿਆਂ ਨੂੰ ਮੈਨੂੰ ਫੜ ਲਿਆ ਇਹਨਾਂ ਨੇ, ਜ਼ਿਮੀਂਦਾਰਾਂ ਨੇ ਫੜ ਲਿਆ ਜੀ। ਫੜ ਕੇ ਮੈਨੂੰ ਘਰੇ ਬੰਨ੍ਹ ਲਿਆ ਇਹਨਾਂ ਨੇ। ਘਰੇ ਬੰਨ੍ਹ ਕੇ ਸਰਪੰਚ ਬੁਲਾ ਲਿਆ। ਸਰਪੰਚ ਵੀ ਉਹਨਾਂ ਦੇ ਪੱਖ ਦੀ ਸੀਗਾ, ਇਹਦਾ ਰਮਦਾਸ ਹੀ ਹੈਗਾ ਪਰ ਪੱਖ ਦਾ ਉਹਨਾਂ ਦੀ ਸੀਗਾ। ਚਲੋ ਉਹਨਾਂ ਨੇ ਬੁਲਾਇਆ, ਪੰਚਾਇਤ ਇਕੱਠੀ ਕਰ ਲਈ ਵੀ ਐਂ ਕਰਕੇ ਅਸੀਂ ਬੰਨੇ ਇਹ ਵੀ ਅਸੀਂ ਪੈਸੇ ਲੈਣੇ ਨੇ। ਚਲੋ ਉਹਨਾਂ ਨੇ ਮੈਨੂੰ ਕਚਹਿਰੀਆਂ 'ਚ ਲੈ ਗਏ, ਪਹਿਲਾਂ ਘਰੇ ਲੈ ਕੇ ਆਏ। ਘਰੇ ਆ ਕੇ ਉਹਨਾਂ ਨੇ ਪੁੱਛਿਆ ਮੈਨੂੰ, ਕਹਿੰਦਾ ਤੇਰੀ ਕਿੰਨੀ ਜਗ੍ਹਾ ਹੈ? ਮੈਂ ਜੀ 3 ਵਿਸਵੇ ਜਗ੍ਹਾ ਹੈ। ਅਤੇ ਐਂ ਕਰਕੇ ਵੀ ਇਹਨਾਂ ਨੇ ਕੀ ਕੀਤਾ, 3 ਵਿਸਵਿਆਂ ਦੇ ਉਹ ਮੇਰੇ ਨਾਂ ਹੀ ਬਣਵਾਤੀ ਸਾਰੀ ਜਗ੍ਹਾ ਇਹਨਾਂ ਨੇ। ਜਦੋਂ ਸਟਾਂਪ 'ਤੇ ਇਹਨਾਂ ਨੇ ਲਿਖੀ ਹੈਗੀ, ਅੰਗੂਠੇ ਸਾਈਨ ਕਰਾ ਲਏ ਸਾਥੋਂ, ਅਤੇ ਇਹਨਾਂ ਨੇ ਫਿਰ ਜੱਜ ਦੇ ਫੇਰ ਲਾਏਗਾ ਇਹਨਾਂ ਨੇ ਕੇਸ। ਅਤੇ ਕੇਸ ਲਾ ਕੇ ਫਿਰ ਸਮਝ ਲਾ ਆ ਗਏ, ਮਤਲਬ ਕਹਿੰਦੇ ਜੱਜ ਦੇ ਆਰਡਰ ਹੋ ਗਏ ਕਿ ਮਤਲਬ ਜਿੱਤ ਕੇ। ਜਦੋਂ ਮੈਨੂੰ ਕੋਈ ਹਾਜ਼ਰੀ ਦੀ ਕੋਈ ਹੋ ਨਹੀਂ ਕਰਿਆ ਹੈਗਾ, ਮੈਨੂੰ ਪਤਾ ਹੀ ਨਹੀਂ ਆਇਆ, ਅਤੇ ਉਸ ਕਰਕੇ ਫਿਰ ਉਦੋਂ ਇਹਨਾਂ ਨੇ ਕਬਜ਼ਾ ਕਰ ਲਿਆ, ਸਾਡੇ ਭਾਂਡੇ ਭੁੰਡੇ ਚੁਕਾਤੇ। ਹਾਂਜੀ ਬਈ ਗੁੱਡੀ ਦਾ ਵਿਆਹ ਕਰਕੇ ਹਟਿਆ ਸੀ, ਗੁੱਡੀ ਦੇ ਵਿਆਹ ਦਾ ਕਰਜ਼ਾ ਚੜ ਗਿਆ ਤੇ ਆ ਗਿਆ ਰੇਲ ਥੱਲੇ।
ਬਸ ਬੱਚੇ ਪੜ੍ਹਾਏ ਨਹੀਂ ਗਏ, ਵਿਆਹ ਦਾ ਕਰਜ਼ਾ ਚੜ ਗਿਆ ਸੀ। ਵਿਆਹ ਦੇ ਕਰਜ਼ੇ 'ਚ ਗੱਡੀ 'ਚ ਲਿਆ ਗਿਆ, ਸੀਰ ਕਰਦੇ ਤੋਂ ਲਿਆ ਨਾ। ਉਹ ਫਿਰ ਪੜ੍ਹਾਏ ਨਾ ਗਏ, ਜਦੋਂ ਫਿਰ ਆਪ ਵੀ ਪੋਚੇ ਲਾਉਣ ਲੱਗ ਗਏ ਜੀ, ਤੇ ਮੈਂ ਵੀ ਕੂੜਾ ਸਿੱਟਣ ਲੱਗ ਗਈ। ਉਹ ਕਰਜ਼ਾ ਫਿਰ ਵੀ ਜਵਾਕ ਕਿਵੇਂ ਲਾਉਣ ਤੇ ਮੈਂ ਕਿਵੇਂ ਲਾਹਾਂ? ਕਰਜ਼ਾ ਉਵੇਂ ਹੈ ਜੀ। ਕੁੜੀ ਆ ਉਹ ਵਿਆਹੁਣ ਵਾਲੀ ਹੋਈ ਪਈ ਆ, ਉਹ ਵੀ ਕਿਵੇਂ ਵਿਆਹੁਣ ਜਵਾਕ, ਤੇ ਕਿਵੇਂ ਹੁਣ ਮੈਂ ਵਿਆਹਾਂ? ਜਦੋਂ ਭਾਈ ਹੁਣ ਜਵਾਕ ਨਿਆਣੇ ਸਿਆਬ ਤਾਂ ਕਮਲਿਆਂ ਵਰਗੇ ਹੋਏ ਪਏ ਹੈਗੇ, ਜਦੋਂ ਕੁਛ ਔੜਦੇ ਨਹੀਂ। ਜਵਾਕ ਨਹੀਂ ਕੋਈ ਸਹਾਰੇ ਵਾਲਾ ਹੈਗਾ ਜਦੋਂ। ਆਪਣੀ ਰਾਖੀ ਦੀ ਕਰਾਂ ਤਿਆਰੀ, ਇਕੱਠੀ ਹੋ ਕੇ ਜਾਂਦਾ ਸਾਰੀ, ਆਪਣੀ ਰਾਖੀ
ਜੇ ਤੁਸੀਂ ਆ ਸਹੀ ਮੁੱਲ ਮੰਗਦੇ ਹੋ ਕਣਕ ਵੱਢਣ ਦਾ ਜੀਰੀ ਲਾਉਣ ਦਾ ਜੀ। ਜੀਰੀ ਲਾਉਣ ਦਾ ਹਾਂਜੀ। ਤਾਂ ਔਖੇ ਹੁੰਦੇ। ਬਹੁਤ ਜ਼ਿਆਦਾ ਹਾਂਜੀ। ਹੂੰ ਫਿਰ ਭਈਏ ਨੂੰ ਬੁਲਾ ਲੈਂਦੇ ਨੇ, ਬਿਹਾਰੀਆਂ ਨੂੰ, ਇਹਨਾਂ ਤੋਂ ਲਵਾ ਲੈਂਦੇ ਨੇ। ਜੀ ਹਾਂ, ਜਿਹੜੀ ਅਸੀਂ ਲਾਉਂਦੇ ਵੀ ਹਾਂ ਸਾਨੂੰ ਉਹਦੀ ਪੂਰੀ ਮਿਹਨਤ ਵੀ ਨਹੀਂ ਮਿਲਦੀ। ਅੱਛਾ। ਹਾਂ, ਨਾ ਅਸੀਂ ਪਸ਼ੂ ਰੱਖੇ ਬਗੈਰ ਸਾਰ ਸਕਦੇ ਹਾਂ ਵਿੱਚ, ਹੂੰ ਕਿਉਂਕਿ ਅਸੀਂ ਦੁੱਧ ਆਪਣੇ ਬੱਚਿਆਂ ਨੂੰ ਵੀ ਪਿਆਉਣਾ ਹੁੰਦਾ ਆ। ਹੂੰ ਮੁੱਲ ਦਾ ਦੁੱਧ ਪਿਆ ਨਹੀਂ ਸਕਦੇ ਅਸੀਂ, ਜੀ। ਬੱਚੇ ਦੁੱਧ ਮੰਗਦੇ ਆ। ਜੀ ਹਾਂਜੀ, ਜੇ ਅਸੀਂ ਵੀ ਚਾਹੁੰਦੇ ਹਾਂ ਨਾ ਸਾਡੇ ਜ਼ਮੀਨ ਹੋਵੇ। ਜੀ ਹਾਂਜੀ, ਜੀ ਕਈ ਵਾਰ ਤਾਂ ਅਸੀਂ ਜਿਵੇਂ ਫਸਲ 'ਚ ਵੜ ਗਏ, ਦੂਰੋਂ ਆਵਾਜ਼ ਮਾਰ ਦੇਣੀ ਹੈ ਜ਼ਿਮੀਂਦਾਰ ਨੇ, ਬਾਹਰ ਨਿਕਲ ਜਾਓ। ਜੀ ਅਸੀਂ ਕਈ ਵਾਰ ਝੂਠ ਵੀ ਬੋਲ ਦਿੰਦੇ ਨੇ, ਇਹ ਸਪਰੇਅ ਨਹੀਂ ਕੀਤਾ ਹੁੰਦਾ, ਕਹਿੰਦੇ ਨੇ ਸਪਰੇਅ ਕੀਤਾ ਹੈ, ਕੱਖ ਸੁੱਟ ਦਿੱਤੇ, ਤੁਹਾਡੇ ਪਸ਼ੂ ਮਰ ਗਏ, ਤਾਂ ਫਿਰ ਸਾਨੂੰ ਗੁਨਾਹ ਕੇ ਕਿਹਾ। ਹੂੰ ਸਾਡੇ ਨਾਲ ਤਾਂ ਇਹ ਜਿਹੀਆਂ ਘਟਨਾਵਾਂ ਵੀ ਹੁੰਦੀਆਂ ਨੇ। ਹਾਂਜੀ। ਪੂਰੀ ਹਾਕਾ ਮਾਰ ਲੱਗ ਗਏ ਨੇ। ਕਈ ਵਾਰ ਆ ਵੱਟ ਤੇ ਵੀ ਨਹੀਂ ਚੜ੍ਹਨ ਦਿੰਦੇ ਹੁੰਦੇ ਸਾਨੂੰ, ਜੇ ਅਸੀਂ ਆ ਹੋ ਜਾਂਦੇ ਹਾਂ। ਅੱਛਾ ਕੱਖਾਂ ਨੂੰ ਪਹਿਲੀ ਪਿੱਛੇ ਮੋੜ ਦਿੰਦੇ ਨੇ, ਅੱਛਾ ਕਹਿੰਦੇ ਨੇ ਗਾਹਾਂ ਨੂੰ ਜਾਇਓ। ਠੀਕ ਹੈ। ਜੇ ਤੁਹਾਡੇ ਆਪਦੇ ਖੇਤ ਹੋਣ ਫਿਰ ਤਾਂ ਵੀਰੇ ਕੋਈ ਗੱਲੇ ਨਹੀਂ ਹੈਗੀ, ਆਪਦੇ ਖੇਤ ਆਈ ਨਹੀਂ ਸਾਡੇ ਤੋਂ। ਵੀ ਸਾਨੂੰ ਜੇ ਜ਼ਿਆਦਾ ਨਹੀਂ ਤਾਂ 2-4 ਵਿਗੇ ਤਾਂ ਜ਼ਮੀਨ ਚਾਹੀਦੀ ਹੋਈ ਆ, ਅਸੀਂ ਵੀ ਚੰਗੀ ਜ਼ਿੰਦਗੀ ਜੀ ਲਈਏ। ਹੁਣ ਅਸੀਂ ਐ ਨਹੀਂ ਪਤਾ, ਸਾਨੂੰ 3 ਗੇੜੇ ਵੀ ਲਾਣੇ ਪੈ ਜਾਣਗੇ, 2 ਗੇੜੇ ਵੀ ਲਾਣੇ ਪੈ ਜਾਣ, ਮਿਲ ਜਾਣ ਨਾ ਮਿਲਣ ਨਾ ਸਹੀ। ਜੀ ਹਾਂਜੀ। जमीन न होने की वजह से ज़्यादातर तो घास की दिक्कत आती है जी। अगर हम घास लेने जाते हैं तो लोग हमें जाट परेशान करते हैं, वो गाली भी देते हैं, मारने भी आते हैं, कई बार घास भी कोस लेते हैं, वो भी नहीं चखने देते। और लकड़ियों को जाते हैं तो तब भी वो मतलब फोन वगैरह कर देते हैं, गार्ड को कह देते हैं कि भाई दलितों के लोग लकड़ी लेने आए हुए हैं। इस तरह की परेशान बहुत करते हैं। ਇਹ ਕੋਈ ਰਾਤ ਦੀ ਰਾਣੀ ਦੇ ਹਾਰ ਦੇ ਮੋਤੀ ਨਹੀਂ, ਇਹ ਤਾਂ ਕਮੀਆਂ ਦੀ ਮਿਹਨਤ ਦਾ ਮੁੱਲ ਮੁੜਕਾ ਹੈ, ਜਾਂ ਫਿਰ ਭੁੱਖੇ ਵਿਲਕਦੇ ਬਾਲਾਂ ਦੇ ਹੌਕੇ ਤੇ ਹੰਝੂ ਜੋ ਲਟਕੇ ਨੇ ਬੇਗਾਨੇ ਖੇਤਾਂ ਦੀਆਂ ਸਲੀਬਾਂ ਤੇ, ਜਿਨ੍ਹਾਂ ਦੀਆਂ ਪੀੜ੍ਹੀਆਂ ਇਹਨਾਂ ਖੇਤਾਂ ਦੀ ਧੂੜ 'ਚ ਧੂਏਂ ਵਾਂਗ ਧੁਖ ਗਈਆਂ, ਤੇ ਇਹ ਖੇਤ ਉਹਨਾਂ ਦੇ ਕਦੇ ਨਾ ਹੋਏ, ਬੇਗਾਨੇ ਹੀ ਰਹੇ।
7 बेगाने। ਕੈਂਸਰ ਦੀ ਬਿਮਾਰੀ ਸੀ ਉਹਦੇ, ਬਿਮਾਰੀ ਤੇ ਪੈਲੀ ਸਾਰੀ ਲੱਗ ਗਈ, ਇਸ ਕਰਕੇ ਕਰਜ਼ਾ ਚੜ ਗਿਆ ਸਿਰ, ਕਰਜ਼ਾ ਚੜ ਗਿਆ 7-8 ਲੱਖ ਰੁਪਈਆ। ਜ਼ਮੀਨ ਸੀਗੀ 2-4 ਕਿੱਲੇ, 4 ਕਿੱਲੇ ਸੀ, ਸਾਰੇ ਲੈ ਕੇ ਤੁਰੇ ਫਿਰ ਉਹਨੂੰ ਬੀਕਾਨੇਰ ਲੈ ਗਏ, ਕਿਤੇ ਚੰਡੀਗੜ੍ਹ ਲੈ ਗਏ, ਪੈਲੀ ਠੇਕੇ 'ਤੇ ਲੈਣ ਲੱਗ ਗਏ, ਇਸ ਕਰਕੇ ਫਿਰ ਠੇਕਾ ਮੁੜਿਆ ਨਹੀਂ ਗਾ। ਉਹ ਇਨਸਾਨ ਫਿਰ ਉਸ 'ਚ ਆਇਆ, ਬੱਚੇ ਛੋਟੇ ਸੀਗੇ, ਕੰਮ ਵਾਲਾ ਹੈ ਨਹੀਂ ਸੀ ਕੋਈ, ਬੜੀ ਖੁਸ਼ੀ ਪੈਂਦੀ ਉਹਨੇ ਆ ਕੇ। ਕੰਮਾਂ ਤੇ ਬਾਹਰ ਜਾਣ ਦਾ ਜਾਂ ਹਾਂ, ਇੱਥੇ ਆਏ ਰਿਵਾਜ ਨਹੀਂ ਗਾ, ਫਿਰ ਵੱਡੀ ਜਾਤੀ ਆ ਗਈ ਨਾ ਜ਼ਿਮੀਂਦਾਰਾਂ 'ਚ, ਜਿਹੜੀ ਛੋਟੀ ਜਾਤੀ ਹੁੰਦੀ ਹੈਗੀ ਉਹ ਵੀ ਔਰਤਾਂ ਕੰਮ ਵੀ ਕਿਸੇ ਦੇ ਕਰਨ ਲੱਗ ਜਾਂਦੀਆਂ, ਖੇਤ ਬੰਨੇ ਵੀ ਜਾ ਵੜਦੇ। ਵੱਡੀ ਜਾਤੀ ਆ ਗਈ, ਵੱਡੀ ਜਾਤੀ ਕਰਕੇ ਕੋਈ ਸਹੂਲਤ ਨਹੀਂ ਜਵਾਕਾਂ ਨੂੰ ਮਿਲਦੀ। ਉਹਦਾ ਹਮੇਸ਼ਾ ਪੜ੍ਹਦੇ ਜਵਾਕਾਂ ਨੂੰ ਉਹ ਵੀ ਮਿਲਦਾ ਹੈਗਾ ਵਜ਼ੀਫਾ, ਉਹ ਜਾਤੀ ਵੱਡੀ ਕਰਕੇ ਕੋਈ ਵਜ਼ੀਫਾ ਨਹੀਂ ਲੱਗਿਆ ਕਿਸੇ ਨੂੰ, ਕੋਈ ਕੁਛ ਨਹੀਂ। ਤਾਂ ਤੁਹਾਨੂੰ ਵੀ ਐਂ ਲੱਗਦਾ ਹੈ ਕਿ ਹਾਲਤ ਤਾਂ ਔਖੀ ਆ, ਖੱਡੀ ਦੇ ਨਾਲ ਨਹੀਂ ਚੱਲ ਰਿਹਾ, ਜੇ ਕੋਈ ਤੁਹਾਨੂੰ ਕੰਮ ਮਿਲੇ ਬਾਹਰ ਸ਼ਹਿਰ 'ਚ ਜਾਂ ਕਿਸੇ ਥਾਂ 'ਤੇ ਤੁਸੀਂ ਕਰ ਸਕਦੇ ਹੋ? ਕਿਸਾਨੀ ਦੇ ਵਿੱਚ 80% ਜਿਹੜੇ ਕਿਸਾਨ ਨੇ ਖੁਦਕੁਸ਼ੀਆਂ ਕਰਜ਼ੇ ਕਰਕੇ ਕੀਤੀਆਂ। ਦੂਜੇ ਪਾਸੇ ਮਜ਼ਦੂਰਾਂ ਦੇ ਵਿੱਚ ਇਹ ਜਿਹੜਾ 60% ਜਿਹੜੇ ਮਜ਼ਦੂਰ ਨੇ ਉਹਨਾਂ ਨੇ ਖੁਦਕੁਸ਼ੀਆਂ ਕਰਜ਼ੇ ਦੇ ਭਾਰ ਕਰਕੇ ਕੀਤੀਆਂ, ਕਿਉਂਕਿ ਮਜ਼ਦੂਰਾਂ ਨੂੰ ਕਰਜ਼ਾ ਮਿਲਦਾ ਨਹੀਂ, ਇਸ ਕਰਕੇ ਮਜ਼ਦੂਰ ਕਰਜ਼ੇ ਕਰਕੇ ਨਹੀਂ ਸਗੋਂ ਆਰਥਿਕ ਤੰਗੀ ਕਰਕੇ ਉਹ ਖੁਦਕੁਸ਼ੀ ਕਰ ਰਹੇ ਨੇ। ਜਾਣੇ ਕਿਸਾਨ ਕਰਜ਼ਾ ਲੈ ਕੇ ਕਰਜ਼ੇ ਥੱਲੇ ਦੱਬ ਕੇ ਖੁਦਕੁਸ਼ੀ ਕਰਦਾ ਅਤੇ ਮਜ਼ਦੂਰ ਭੁੱਖਾ ਰਹਿ ਕੇ ਖੁਦਕੁਸ਼ੀ ਕਰਦਾ। ਇਹ ਹਾਲਤ ਹੋਰ ਵੀ ਗੰਭੀਰ ਹੈ ਕਿ ਜਿਹੜਾ ਮਜ਼ਦੂਰ ਹੈ ਉਹਨੂੰ ਬਿਲਕੁਲ ਨਾ ਕੋਈ ਸਰਕਾਰਾਂ ਦਰਬਾਰਾ, ਨਾ ਕੋਈ NGO, ਨਾ ਕੋਈ ਭਾਈਚਾਰਾ ਅਤੇ ਨਾ ਹੀ ਸ਼ਾਹੂਕਾਰਾ ਇਹਦੀ ਬਾਂਹ ਫੜ ਰਿਹਾ ਇਸ ਹਾਲਤ ਦੇ ਵਿੱਚ। ਅਤੇ ਆਖਰੀ ਹੱਲ ਉਹਨਾਂ ਨੂੰ ਕੋਈ ਹੱਲ ਜਦੋਂ ਨਹੀਂ ਦਿੰਦਾ, ਪੂਰਾ ਸਮਾਜ ਕਾਲੀ ਬੋਲੀ ਰਾਤ ਮੰਗ ਦਿੰਦਾ ਅਤੇ ਉਹਨਾਂ ਕੋਲ ਕੋਈ ਚਾਰਾ ਨਹੀਂ ਰਹਿੰਦਾ ਕਿ ਉਹ ਆਪਣੀ ਜੀਵਨ ਲੀਲਾ ਨੂੰ ਖਤਮ ਨਾ ਕਰਨ। ਬਸ ਜੀ ਉਦੋਂ ਮੇਰੇ ਪਾਪੇ ਦਾ ਐਕਸੀਡੈਂਟ ਹੋ ਗਿਆ, ਉਹਨੂੰ ਬਲੱਡ ਕਢਾ ਕੇ ਦਿੱਤਾ ਉਹਨੇ, ਬਸ ਉਸ ਤੋਂ ਬਾਅਦ ਉਹ ਨਸ਼ਾ ਨੁਸ਼ਾ ਕਰਨ ਲੱਗ ਗਏ ਸੀਗੇ, ਫਿਰ ਉਹ ਟੈਨਸ਼ਨ 'ਚ ਰਹਿਣ ਲੱਗ ਗਏ, ਪੈਸੇ ਪੂਸੇ ਚੜ੍ਹ ਗਏ ਸੀ ਸਿਰ, ਫਿਰ ਉਹਨਾਂ ਨੇ ਫਾਹਾ ਲੈ ਲਿਆ ਸੀ। ਫਿਰ ਹੁਣ ਇਸ ਟਾਈਮ 9 ਸਾਲ ਹੋ ਗਏ ਸੀ ਉਸ ਫਾਹਾ ਲੈਤੇ ਨੂੰ, ਉਦੋਂ ਬਚਾ ਲਿਆ ਸੀਗਾ। ਫਿਰ ਚਲ ਉਦੋਂ ਪੈਸੇ ਪੂਸੇ ਉਦੋਂ ਕੁਛ ਚੜ੍ਹ ਗਏ ਬਾਲੇ, ਉਦੋਂ
ਫੜ ਕੇ ਉਹਦਾ ਇਲਾਜ ਲੂਜ ਕਰਵਾਇਆ। ਫਿਰ ਉਦੋਂ ਜ਼ਿਆਦਾ ਨਸ਼ਾ ਖਾਣ ਲੱਗ ਗਿਆ, ਟੈਨਸ਼ਨ 'ਚ ਹੀ ਰਹਿੰਦਾ ਸੀ ਫਿਰ ਬਸ। ਤਾਂ ਹੁਣ ਤਾਂ ਬਸ ਫਿਰ ਜਮਾਂ ਹੀ ਆਪਦੀ ਜ਼ਿੰਦਗੀ ਗਾਲ ਲਈ ਉਹਨੇ। ਉਹਨੂੰ ਇੰਝ ਲੱਗਦਾ ਹੁੰਦਾ ਸੀ ਵੀ ਘਰੇ ਮੈਂ ਵੀ ਕੀ ਇੰਨਾ ਪਰੇਸ਼ਾਨ ਕਰਨਾ। ਉਹ ਆਪਣੇ ਆਪ 'ਚ ਹੀ ਦੁਖੀ ਰਹਿੰਦਾ ਸੀ ਬਸ। ਘਰੇ ਤਾਂ ਵਧੀਆ ਵੀ ਬੱਚਿਆਂ ਨੂੰ ਵੀ ਪਿਆਰ ਨਾਲ ਬੁਲਾਉਂਦਾ ਸੀ, ਮੈਨੂੰ ਵੀ ਵਧੀਆ ਬੁਲਾਉਂਦਾ ਸੀ, ਪਰ ਆਪਣੇ ਆਪ 'ਚ ਦੁਖੀ ਰਹਿੰਦਾ ਸੀ ਉਹ। ਚਲ ਐਂ ਸਹਾਰਾ ਸੀਗਾ ਸਾਨੂੰ ਵੀ ਬੈਠਾ ਸੀ, ਚੱਲ ਕਿਤੇ ਨਾ ਕਿਤੇ ਦਿਹਾੜੀ ਜਾਂਦਾ ਸੀ, ਆਸਰਾ ਹੋ ਜਾਂਦਾ ਸੀ ਮਾੜਾ ਮੋਟਾ। ਨਹੀਂ ਤਾਂ ਮੇਰਾ ਖਰਚਾ ਪਾਣੀ ਇੱਧਰੋਂ ਹੀ ਤੁਰਿਆ ਆਉਂਦਾ ਸੀ। ਚਲ ਮੈਂ ਬੱਚਿਆਂ ਨੂੰ ਪਾਲੀ ਜਾਂਦੀ ਸੀ ਆਪਦਿਆਂ ਨੂੰ। ਹੁਣ ਕਿਸੇ ਨੂੰ ਉਹ ਦਿਮਾਗ ਦਿਲ ਦੀ ਗੱਲ ਕਿਸੇ ਨੂੰ ਖੋਲ੍ਹ ਕੇ ਨਹੀਂ ਦੱਸੀ, ਨਾ ਕਿਸੇ ਚਾਚੇ ਤਾਏ ਨੂੰ, ਨਾ ਕਿਸੇ ਘਰ 'ਚ ਭੈਣ ਭਰਾ ਨੂੰ, ਕਿਸੇ ਨੂੰ ਨਹੀਂ ਦੱਸਿਆ ਉਹਨੇ। ਬਸ ਸਾਨੂੰ ਤਾਂ ਉਦੋਂ ਹੀ ਪਤਾ ਲੱਗਿਆ ਵੀ ਜਦੋਂ ਉਹਨੇ ਆਪਦੀ ਜਾਨ ਗਵਾ ਲਈ। ਪਰਲੇ ਪਾਸੇ ਟੋਬਾ ਵੀ ਟੋਬੇ ਤੇ ਇੱਕ ਬਾਬਾ ਰਹਿੰਦਾ, ਵੀ ਟੋਬੇ ਤੇ ਇੱਕ ਸਾਧੂ ਰਹਿੰਦਾ। ਚੰਗੀ ਸੁਣੀ ਦੀ ਤੋਬਾ ਨਹੀਂ ਆਉਂਦੀ ਜਾਂਦੀ ਨੂੰ ਘੜਾ ਚਕਾਉਂਦਾ, ਨਹੀਂ ਆਉਂਦੀ ਜਾਂਦੀ ਨੂੰ ਘੜਾ ਚਕਾਉਂਦਾ। ਮਗਰ ਮਾਰਦਾ ਗੋਡਾ ਨਹੀਂ ਲੱਕ ਮੇਰਾ ਮੇਰਾ ਪਤਲਾ ਜਿਹਾ ਨਾ ਜੋਗਾ ਨਹੀਂ ਲੱਕ 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 ਮੇਰਾ ਪਤਲਾ ਜਿਹਾ ਥੋੜਾ ਵੀ ਥੋੜਾ। ਸੁਬਾਹ 8:30 ਵਜੇ ਘਰੋਂ ਤਿਆਰ ਹੋ ਕੇ ਲੜਕੀ ਸਕੂਲ ਚਲੀ ਗਈ। ਜਦੋਂ ਸਕੂਲ ਦੇ ਉਰੇ ਚੌਂਕ ਵਿੱਚ ਪਹੁੰਚੀ ਤਾਂ ਅੱਗੇ 3 ਗੁੰਡੇ ਖੜੇ ਸੀਗੇ। 3 ਗੁੰਡੇ ਖੜੇ ਸੀ, ਉਹਨਾਂ ਨੇ ਖਿੱਚ ਧੂ ਕਰਕੇ ਮੂੰਹ ਬੰਨ੍ਹ ਕੇ ਤੇ ਉਹਨਾਂ ਨੇ ਆਪਦੇ ਘਰੇ ਲੈ ਗਏ। ਇਸ ਨੇ ਬੜਾ ਰੌਲਾ ਪਾਉਂਦੀ ਸੀ, ਉਦੋਂ ਮੂੰਹ ਵੀ ਘੁੱਟ ਲੈਂਦੇ ਸੀਗੇ, ਕਿਸੇ ਨੂੰ ਨਹੀਂ ਪਤਾ ਲੱਗਿਆ। ਫਿਰ ਹੌਲੀ ਹੌਲੀ ਪਤਾ ਲੱਗਿਆ ਤਾਂ ਜਦੋਂ ਉਹਨੂੰ ਅਸੀਂ ਸਕੂਲ ਵਿੱਚ ਪਹੁੰਚੇ, ਅਸੀਂ ਉਹਨਾਂ ਨੂੰ ਕਿਹਾ ਵੀ ਜੇ ਕੀ ਤੁਸੀਂ ਵੀ ਸਾਨੂੰ ਕੁੜੀ ਦੱਸੋ। ਉਹ ਕਹਿੰਦੇ ਸਾਨੂੰ ਤਾਂ ਨਹੀਂ ਪਤਾ ਗਾ ਤੁਹਾਡੀ ਕੁੜੀ ਦਾ, ਸਾਨੂੰ ਕੀ ਪਤਾ ਤੁਹਾਡੀ ਕੁੜੀ ਦਾ। ਅਸੀਂ ਆਖਿਆ ਵੀ ਸਾਨੂੰ ਕੁੜੀ ਦੱਸ ਦਿਓ ਤੁਸੀਂ। ਆਂਦੇ ਤੁਸੀਂ ਸਾਡਾ ਕੀ ਕਰ ਦਿਓਗੇ, ਤੁਸੀਂ ਸਾਡਾ ਕੀ ਕਰ ਦਿਓਗੇ, ਸਾਡੀਆਂ ਤਾਂ ਗੁੱਟੀਆਂ ਹੀ ਚੱਲਣਗੀਆਂ। ਅਸੀਂ ਇਸੇ ਇੰਨੀ ਗੱਲ ਕਰਕੇ ਤੇ ਅਸੀਂ ਘਰੇ ਵਾਪਸ ਆਉਣ ਲੱਗੇ ਤੇ ਰਾਹ ਵਿੱਚ ਫੇਰ ਮੈਨੂੰ ਘੇਰ ਲਿਆ। ਕਹਿੰਦੇ ਤੁਸੀਂ ਸਾਡਾ ਕੀ ਕਰ ਦਿਓਗੇ ਆਖੇ। ਫਿਰ ਅਸੀਂ ਮੈਡੀਕਲ ਕਰਨ ਵਾਸਤੇ ਲੈ ਕੇ ਗਏ, ਉੱਥੇ ਵੀ ਪੁਲਿਸ ਨਾ ਮੌਕੇ 'ਤੇ ਪਹੁੰਚੀ। ਪੁਲਿਸ ਦਾ ਹੱਕ ਹੁੰਦਾ ਹੈ
ਪੁਲਿਸ ਆਪ ਲੈ ਕੇ ਜਾ ਸਕਦੀ ਹੈ। ਪੁਲਿਸ ਨੇ ਕੋਈ ਸਾਡੀ ਸੁਣਵਾਈ ਨਹੀਂ ਕੀਤੀ। ਬਾਅਦ ਦੇ ਵਿੱਚ ਜਦੋਂ ਅਸੀਂ ਵੀ ਇਕੱਠੇ ਹੋ ਕੇ ਗੱਲਬਾਤ ਕੀਤੀ ਤੇ ਫਿਰ ਪੱਤਰਕਾਰ ਆਏ ਤੇ ਉਹਨਾਂ ਨੇ ਪੁਲਿਸ ਬੁਲਾਈ, ਫਿਰ ਸਾਡੀ ਲੜਕੀ ਨੂੰ ਦਾਖਲ ਕਰਿਆ ਗਿਆ। ਫਿਰ ਵੀ ਉਹਨਾਂ ਨੇ ਪਰਚਾ ਸਹੀ ਨਹੀਂ ਦਰਜ ਕੀਤਾ। ਫਿਰ ਵੀ ਅਸੀਂ ਵੀ ਪੁਲਿਸ ਫੜੂਗੀ ਪਰ ਪੁਲਿਸ ਗੁੰਡਿਆਂ ਨੂੰ ਨਹੀਂ ਫੜ ਰਹੀ ਸੀ, ਕਿਉਂ ਗੁੰਡਿਆਂ ਨੂੰ ਉਹਨਾਂ ਦੀ ਸ਼ਹਿ ਸੀਗੀ। ਪਰ ਅਸੀਂ ਬਹੁਤ ਕਹਿੰਦੇ ਰਹੇ ਪਰ ਉਹਨਾਂ ਨੇ ਨਹੀਂ ਫੜੇ ਗਏ। ਫਿਰ ਅਸੀਂ ਤੀਜੇ ਚੌਥੇ ਦਿਨ ਜਾ ਕੇ ਧਰਨਾ ਲਾਇਆ ਤੇ ਉਹਨਾਂ ਨੇ 2 ਗੁੰਡੇ ਫੜੇ। ਤੀਜੇ ਨੂੰ ਫਿਰ ਸ਼ਹਿ ਦੇ ਦਿੱਤੀ, ਤੀਜੇ ਨੂੰ ਨਹੀਂ, ਫਿਰ ਨਹੀਂ ਫੜਿਆ। ਫਿਰ 6 ਮਹੀਨੇ ਲਮਕਾਇਆ ਸਾਨੂੰ ਉਹਨਾਂ ਨੇ। ਫਿਰ ਧਰਨੇ ਮਲਾਜ ਕਰਦੇ ਰਹੇ ਤੇ ਉਹਨਾਂ ਨੇ 6 ਮਹੀਨਿਆਂ ਤੋਂ ਉਸ ਗੁੰਡੇ ਨੂੰ ਫੜਿਆ ਸੀ। ਫਿਰ ਸਾਨੂੰ ਕਦੇ ਅਸੀਂ ਜੋ ਉੱਥੇ ਧਰਨੇ ਲਾਇਆ ਕਰਗੇ ਤਾਂ ਸਾਨੂੰ ਫੜ ਕੇ ਜੇਲ੍ਹ ਵਿੱਚ ਕਰ ਦਿੰਦੇ ਸੀ। ਗੁੰਡੇ ਦੇ ਬਜਾਏ ਸਾਨੂੰ ਜੇਲ੍ਹ ਵਿੱਚ ਕਰ ਦਿੰਦੇ ਸੀਗੇ, ਪਰ ਗੁੰਡੇ ਨੂੰ ਨਹੀਂ ਸੀ ਫੜਦੇ। ਸੰਗਰੂਰ ਦੇ ਪਿੰਡਾਂ ਦੇ ਵਿੱਚ ਦਲਿਤਾਂ ਲਈ ਰਾਖਵੀਂ ਰੱਖੀ ਜ਼ਮੀਨ ਉੱਤੇ ਅਮੀਰਾਂ ਦੇ ਹੁੰਦੇ ਕਬਜ਼ੇ ਖਿਲਾਫ ਦਲਿਤ ਭਾਈਚਾਰੇ ਵੱਲੋਂ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ। ਬੀਤੇ ਦਿਨਾਂ ਦੇ ਵਿੱਚ ਦਲਿਤ ਮੁਜ਼ਾਹਰਾਕਾਰੀਆਂ ਉੱਤੇ ਪੁਲਿਸ ਵੱਲੋਂ ਕੀਤੇ ਲਾਠੀਚਾਰਜ ਅਤੇ ਗੋਲੀਬਾਰੀ ਤੋਂ ਬਾਅਦ ਮਾਮਲਾ ਗੰਭੀਰ ਹੋ ਗਿਆ ਹੈ। ਦਲਿਤ ਭਾਈਚਾਰੇ ਵੱਲੋਂ ਪ੍ਰਸ਼ਾਸਨ ਉੱਤੇ ਅਮੀਰ ਅਤੇ ਧਨਾਢ ਲੋਕਾਂ ਦਾ ਪੱਖ ਪੂਰਨ ਦੇ ਇਲਜ਼ਾਮ ਵੀ ਲਗਾਏ ਜਾ ਰਹੇ ਨੇ। ਇਸੇ ਸਿਲਸਿਲੇ ਦੇ ਤਹਿਤ ਅੱਜ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਵੱਲੋਂ ਸੰਗਰੂਰ ਦੇ ਜ਼ਿਲ੍ਹਾ ਡੀਸੀ ਆਫਿਸ ਦੇ ਸਾਹਮਣੇ ਧਰਨਾ ਦਿੱਤਾ ਗਿਆ ਅਤੇ ਨਾਅਰੇਬਾਜ਼ੀ ਵੀ ਕੀਤੀ ਗਈ। ਜ਼ੁਲਮ ਜ਼ਬਰ ਵਿਰੋਧੀ ਐਕਸ਼ਨ ਕਮੇਟੀ ਜਿੰਦਾਬਾਦ, ਲੋਕ ਏਕਤਾ ਜਿੰਦਾਬਾਦ। ਪਤਾ ਜੀ ਰੋੜਿਆਂ ਦਾ ਮੀਂਹ ਵਰ ਗਿਆ, ਇੱਟਾਂ ਰੋੜਿਆਂ ਦਾ ਪੰਚਾਇਤਾਂ ਮੈਂਬਰਾਂ ਨੇ ਭੰਨਤਾ ਜੀ ਮਾਰ ਰੋੜੀ। ਅਸੀਂ ਹੱਪ ਕੇ ਆ ਕੇ ਇੱਥੇ ਡਿੱਗ ਪਏ। ਸਾਨੂੰ ਗਾਲਾਂ ਦਿੱਤੀਆਂ ਬਹੁਤ ਗੰਦੀਆਂ ਚੂੜਿਆਂ ਤੋਂ ਬਿਨਾਂ ਬੋਲੇ ਨਹੀਂ। ਅਸੀਂ ਪਿੰਡ 'ਚ ਹਜੇ ਬੜੇ ਹੀ ਸੀ, ਹਜੇ ਅਸੀਂ ਉਤਰੇ ਵੀ ਨਹੀਂ ਸੀ ਕੈਂਟਰਾਂ 'ਚੋਂ ਤਾਂ ਜਦ ਉਹਨਾਂ ਨੇ ਸਾਡੇ ਤੇ ਹਮਲਾ ਕੀਤਾ ਹੈਗਾ ਜੀ। ਇੱਟਾਂ ਰੋੜੇ ਸਾਨੂੰ ਤਾਂ ਉੱਤੋਂ ਆਈ ਦਿਖਿਆ ਵੀ ਆ ਕੀ ਹੋ ਗਿਆ, ਵੀ ਇੱਟਾਂ ਰੋੜੇ ਕਿੱਥੋਂ ਆਉਣ ਲੱਗ ਗਏ। ਹੁਣ ਸਾਡਾ ਕਹਿੰਦੇ ਨੇ ਕਿ ਮਾਰਨ ਕੁਛ ਨਹੀਂ ਲੋਸਮੈਂਟ ਕੀਤਾ ਜੀ ਸਾਰੇ ਪਿੰਡ 'ਚ ਇਹਨਾਂ ਨੂੰ ਕਿ ਕੋਈ ਵੀ ਵੱਟ ਤੇ ਚੜੇ ਇਹਨਾਂ ਦੀ ਬਾਹ ਫੜ ਲਿਓ, ਇਹਨਾਂ ਦਾ ਐਂ ਕਰਿਓ ਵੀ ਸਾਥੋਂ ਬੁਰਾ ਕੋਈ ਨਹੀਂ ਹੈਗਾ। ਇਹਨਾਂ ਨੇ ਆਇਆ ਕਰਨਾ ਲੋਸਮੈਂਟ ਗੁਰਦੁਆਰੇ ਵੀ ਵੱਡੇ ਗੁਰਦੁਆਰੇ ਸਾਡਾ ਗੁਰੂ ਘਰ ਆ। ਸਾਨੂੰ ਕਿਸੇ ਨੇ ਨਹੀਂ ਚੱਕਿਆ, ਨਗਰ ਪੰਚਾਇਤ ਨੇ ਸਾਡੇ ਦੋਨਾਂ ਪੰਚਾਇਤਾਂ ਨੇ ਕੁੱਟਮਾਰ ਸਾਡੇ ਤੇ ਕਰੀ ਆ। ਪੁਲਿਸ ਲਿਆ ਕੇ ਧੱਕੇ ਦੇ ਕੇ ਕੁੱਟ ਕੇ ਕੱਢਦਾ ਘਰੋਂ ਲਿਆ ਕੇ ਡਲੇ ਮੌਕਾ ਵੇਖਿਆ ਜਾਵੇ ਡਲੇ ਵਜੇ ਬੈਠ ਕੇ ਭੰਨੀ ਪਈ। ਆਹ ਪੋਤੇ ਨੂੰ 10 ਦਿਨ ਹੋ ਗਏ ਤਾਂ ਆਪ ਚੜ੍ਹਦੇ ਨੂੰ ਹੋ ਕੇ ਨਾਲ ਮੰਦਾ ਹਾਲ ਕਰਤਾ ਘਰਾਂ ਦਾ। ਪੁਲਿਸ ਦਾ ਪਹਿਰਾ ਲਾਤਾ, ਅੰਦਰ ਵੜਨ ਨੂੰ ਬਾਹਰ ਵੜਨ ਨੂੰ ਸਭ ਹਟਾ ਦੇ। ਬਜ਼ੁਰਗ ਹੀ ਮੈਨੇ ਆਪਦੀ ਅੱਖਾਂ ਨਾਲ ਦੇਖੇ ਨੇ ਜਿਨ੍ਹਾਂ ਦੇ ਹੱਥਾਂ 'ਚ ਸੋਟੀਆਂ ਤੀਆਂ ਵੀ ਜਿਹੜੀਆਂ ਮਾਂ ਬੁੜੀਆਂ ਸੀਗੀਆਂ ਸਾਡੀਆਂ ਤੁਰ ਵੀ ਨਹੀਂ ਸਕਦੀਆਂ ਤੇ ਜੀ ਕੜੀਸ ਕੇ ਜੀ ਡੰਡਿਆਂ ਨਾਲ ਗੰਡਾਸਿਆਂ ਨਾਲ ਉਹਨਾਂ ਦੇ ਸਿਰ ਪਾੜੇ ਨੇ ਜੀ, ਬਹੁਤ ਬੁਰੀ ਹਾਲਤ ਨਾਲ। ਜ਼ਿਮੀਂਦਾਰਾਂ ਦੀਆਂ ਜਿਹੜੀਆਂ ਬੁੜੀਆਂ ਸੀਗੀਆਂ ਉਹਨਾਂ ਦੀਆਂ ਔਰਤਾਂ ਤੇ ਉਹਨਾਂ ਦੀਆਂ ਕੁੜੀਆਂ ਜੀ ਉਹ ਵੀ ਡਲੇ ਮਾਰਨ 'ਚ ਮੂਰੇ ਤੀਆਂ ਜੀ। ਅਸੀਂ ਦਿਹਾੜੀ ਨੂੰ ਕੀ ਕਰੀਏ ਵੀ ਕੀ ਖੰਡ ਦੀ ਬਸੇਰੀ ਆ ਉਹ ਨਹੀਂ ਆਉਂਦੀ ਹੈਗੀ ਪੂਰੀ, ਇੱਕ ਦਿਹਾੜੀ ਆ। ਸਾਡਾ ਸਮਾਨ ਆ ਦੁਕਾਨਾਂ ਤੋਂ ਉਹ ਵੀ ਬੰਦ ਕਰਤਾ। ਕੀ ਗੱਲ ਜੀ ਅਸੀਂ ਕੋਈ ਉਹ ਤਾਂ ਨਹੀਂ ਹੈਗੇ, ਜੁੱਲੀ ਚੱਕ ਤਾਂ ਹੈ ਨਹੀਂ। ਅਸੀਂ ਵੀ ਦੇ ਕੇ ਖੜਾ ਛਡਾਵਾਂਗੇ ਜੇ ਅਸੀਂ ਦਾਰ ਚੀਜ਼ ਲਿਆਉਂਦੇ ਆ, ਦੇ ਕੇ ਖੜਾ ਛਡਾਵਾਂਗੇ। ਮੇਰੇ ਵਰਗੇ ਰੰਡੀ ਤੀਵੀਂ ਸੀ, ਮੈਂ 2 ਕਿਲੋ ਦੁੱਧ ਪਾ ਕੇ ਵੇਲਾ ਪੂਰਾ ਕਰਦੀ ਸੀ, ਉਹ ਵੀ ਮੇਰਾ ਕੱਲ ਦਾ ਪਾਉ ਜੱਗਦਾ।
ਮੇਰਾ ਦੁੱਧ ਪਵਾਇਆ ਨਹੀਂ ਹੈਗਾ। ਕਿਉਂ ਨਹੀਂ ਪਵਾਇਆ ਹੈਗਾ? ਜਦੋਂ ਫਿਰ ਮੈਂ ਆਖੇ ਪੈਸੇ ਲਵਾਂਗੀ ਮੈਂ, ਫਿਰ ਕੱਲ ਨੂੰ ਇੱਥੇ ਮੇਰੇ ਗਲ 'ਚ ਸਾਫਾ ਪਰ ਮੈਂ ਕਿਵੇਂ ਦਊਂਗੀ? ਜਦੋਂ ਮੇਰਾ ਦੁੱਧ ਖੇ ਖਰਾਬ ਹੁੰਦਾ, ਬਿੱਲੀਆਂ ਖਰਾਬ ਕਰਦੀਆਂ ਨੇ। ਕਿੱਥੇ ਮੈਂ ਚੋਂਦੀ ਚੋ ਕੇ ਪਾ ਆਉਂਦੀ ਸੀ। ਸਾਰਿਆਂ ਨੂੰ ਪੁੱਛਿਆ ਜਾਵੇ ਵੀ ਰੰਡੀ ਤਿੰਮੀਆ ਇਹ ਕਿਵੇਂ ਵੇਲੇ ਪੂਰੇ ਕਰਦੀ ਆ। ਸਾਡਾ ਬੋਲਣ ਨੂੰ ਜੀ ਨਹੀਂ ਕਰਦਾ ਹੈਗਾ ਇੰਨੀ ਪਰਾਂ ਲੱਭ 'ਚ। ਅਸੀਂ ਅੱਕੇ ਦੱਦੇ ਬੋਲੇ ਹੈਗੇ। ਇੱਥੇ ਜੀ ਸਾਡੇ ਕੋਠੇ ਤੇ ਜੀ 12-13 ਮੁੰਡੇ ਗੱਭਰੂ ਜਵਾਨ ਪੈਂਟਾਂ ਲਾ ਬਾਥਰੂਮ ਕੀਤਾ ਜੀ। ਸਰੇਆਮ ਨੰਗਪਣਾ ਦਿਖਾਇਆ ਜੀ ਸਾਨੂੰ ਉਹਨਾਂ ਨੇ। ਮੇਰੇ ਇੱਥੇ ਹੀ ਮੈਂ ਆਉਣਾ ਵੀਹੀ 'ਚ, ਮੈਨੂੰ ਵੀਹੀ 'ਚ ਆਉਣ ਨਾ ਦੇਣ, ਇੱਟਾਂ ਰੋੜੇ ਮਾਰਨਾ। ਆ ਸਾਡੇ ਕੋਠਿਆਂ ਤੇ ਹਜੇ ਤੱਕ ਨਿਸ਼ਾਨ ਪਏ ਨਹੀਂ ਜੀ। ਦੁੱਧ ਬੰਦ ਕਰਤਾ ਸਾਡਾ ਸਾਰੇ ਵਿਹੜੇ ਦੇ ਹੀ ਕਰਤਾ। ਡੈਰੀ ਵਾਲਿਆਂ ਨੂੰ ਕਹਿਤਾ ਵੀ ਪਾਉਣਾ ਨਹੀਂ ਦੁੱਧ, ਤੇ ਪਰਚੂਨ ਦੇਣਾ ਵੀ ਬੰਦ ਕਰਤਾ ਦੁਕਾਨਾਂ ਦੇ। ਫਿਰ ਖੇਤਾਂ 'ਚ ਵੀ ਬੰਦ ਕਰਤਾ ਜੀ। ਇਹਨਾਂ ਦੇ ਹੁਣ ਹਰਾ ਚਾਰਾ ਨਹੀਂ ਹੈਗਾ, ਉਹ ਕਿੱਥੋਂ ਲਿਆਉਣ ਕਾਖਣ ਦਾ। ਚੱਕੀ ਤੋਂ ਵੀ ਬੰਦ ਕਰਤਾ। ਹਾਂ ਵੀ ਇੱਥੇ ਆਟਾ ਵੀ ਨਾ ਪੀਓ ਇਹਨਾਂ ਦਾ। ਬੀਬੀ ਸਾਡੀ ਇੱਥੇ ਮੰਜੇ ਤੇ ਪਈ ਤੀ ਜੀ। ਬੀਬੀ ਦੀ ਆ ਮੰਜੇ ਤੇ ਧਰ ਕੇ ਲੱਤ ਵੱਢੀ ਹੈ ਬਾਹੀਂ ਤੇ ਜੀ। ਤਾਂ ਮੈਨੇ ਸਰੇਆਮ ਸੀ ਨੇ ਚੜਦੇ ਦੇਖੇ ਨੇ ਜੀ। ਸਾਡਾ ਫੋਨ ਆ ਪਿਆ ਜੀ ਜਦੋਂ ਸਾਡੇ ਤੇ ਇੱਟਾਂ ਰੋੜੇ ਆਉਣ ਜੀ। ਮੈਨੂੰ ਵੀ 5 ਔਰਤਾਂ ਨੇ ਅੰਦਰ ਲਿਜਾ ਕੇ ਰੱਖਿਆ। ਤਾਂ ਵੀ ਮੇਰੀ ਬੀਬੀ ਪਾਣੀ 'ਚ ਚਿੱਕੜ 'ਚ ਲੇਪੂ ਤੇਪ ਹੋਈ ਪਈ। ਉਹਨੂੰ ਆਪਦੀ ਕਮੇ ਸੰਭਾਲੀ ਲੱਤ ਬੜੀ ਪਈ ਉਹਦੀ। ਉਹਨੇ ਪੁਲਿਸ ਵਾਲਿਆਂ ਨੂੰ ਇਹ ਵੀ ਗੱਲ ਕਹੀ ਵੀ ਭਾਈ ਮੈਨੂੰ ਪਾਣੀ ਦੀ ਘੁੱਟ ਤਾਂ ਪਿਆ ਦਿਓ ਪੁੱਤ, ਮੈਨੂੰ ਚੱਕ ਕੇ ਮੰਜੇ ਤੇ ਪਾ ਦਿਓ ਜੀ। ਉਹਨਾਂ ਦਾ ਪੁਲਿਸ ਦਾ ਹੀ ਕਿਸੇ ਦੀ ਇੰਨੀ ਹਿੰਮਤ ਨਹੀਂ ਪਈ ਵੀ ਮੇਰੀ ਬੀਬੀ ਨੂੰ ਚੱਕ ਕੇ ਮੰਜੇ ਤੇ ਪਾ ਦੇਣ। ਮੈਂ 1 ਘੰਟਾ ਅੰਦਰ ਆਈ ਲਹੂ ਲਹਾਣ ਲਈ ਉਹਨੂੰ। ਮੁੰਡਾ ਮੇਰਾ ਦਹਿਲਿਆ ਪਿਆ ਗਾ। ਮੈਨੂੰ ਕੋਈ ਸੁਰਤ ਨਹੀਂ ਤੀ ਵੀ ਮੈਂ ਕੀ ਕਰਾਂ, ਕਿਵੇਂ ਸੰਭਾਲਾਂ ਮੇਰੀ ਬੀਬੀ ਨੂੰ ਜੀ। ਸਾਨੂੰ ਲਹਿਰੇ ਲੈ ਗਏ ਜੀ। ਲਹਿਰੇ ਉੱਥੇ ਹਸਪਤਾਲ 'ਚ ਕੋਈ ਸਹੂਲਤਾਂ ਨਹੀਂ ਤੀ ਜੀ। ਸਾਡੇ ਉੱਥੇ ਪਹਿਲਾਂ ਬਜ਼ੁਰਗ ਜਾ ਰਹੇ ਸੀ, ਬੰਦੇ ਜਾ ਰਹੇ ਸੀ ਜਿਨ੍ਹਾਂ ਦੇ ਸਿਰ ਪਾੜੇ ਪਏ ਤੀ। ਮੇਰੀ ਬੀਬੀ ਦੀ ਲੱਤ ਮੈਨੇ ਮੰਜਾ ਵੀ ਨਾ, ਸਾਨੂੰ ਉੱਥੇ ਬੈੱਡ ਵੀ ਨਾ ਦਿੱਤੇ ਜੀ। ਥੱਲੇ ਭੁੰਜੇ ਪਾਈ ਰੱਖੀ ਮੈਂ 2 ਘੰਟੇ। ਮੇਰੀ ਬੀਬੀ ਐਂ ਚੱਲੇ ਖੂਨ ਪੰਤਾਲਿਆ ਵਾਂਗੂ, ਰੁਕੇ ਵੀ ਨਾ ਖੂਨ, ਕੋਈ ਪੱਟੀ ਨਾ ਕਰੀ ਉਹਨਾਂ ਨੇ ਜੀ। ਮੈਂ ਕਹਿ ਕੇ ਨਾ ਤਾਂ ਸਾਡੇ ਦੂਜੇ ਬੰਦਿਆਂ ਦੇ ਪੱਟੀਆਂ ਕਰਵਾਇਆ ਕਰਾਂ ਨੇ। ਮੈਂ SHO ਨੂੰ ਕਿਹਾ ਕਰਾਂ ਜੀ ਸਾਨੂੰ ਤਾਂ ਜੀ ਜਿਨ੍ਹਾਂ ਨੇ ਮਾਰਨਾ ਤੇ ਮਾਰਤੇ, ਤੁਸੀਂ ਤਾਂ ਸਾਡੀ ਮਦਦ ਕਰ ਦਿਓ ਜੀ। ਵੀ ਕੱਖਾਂ ਵਾਲੀਆਂ ਜਿਹੜੀਆਂ ਆਉਣਗੀਆਂ ਵੱਟ ਤੇ ਚੜ੍ਹਨਗੀਆਂ, ਉਹਨਾਂ ਦੀ ਲੱਤ ਵੱਟੋ। ਹੈ ਜਿਹੜਾ ਆਖੇ ਵੀ ਕੋਈ ਚਮਾਰ ਐਸੇ 'ਚ ਜਾਊਗਾ ਵੀ ਸ਼ਾਮਲਾਟ 'ਚ, ਉਹਨਾਂ ਦੀ ਲੱਤ ਵੱਟੋ। ਅਸੀਂ ਇਹ ਕਹਿੰਦੇ ਸਾਡੀ ਲੱਤ ਵੱਢ ਦੇਣਾ, ਅਸੀਂ ਕੱਖ ਕਿੱਥੋਂ ਦੇਈਏ? ਦਿਹਾੜੀ ਸਾਡੀ ਤਾਂ ਬੰਦ ਹੈ, ਦੁੱਧ ਸਾਡਾ ਤਾਂ ਬੰਦ ਕਰਿਆ ਹੋਇਆ, ਪਾਣੀ ਸਾਡਾ ਤਾਂ ਬੰਦ ਕਰਿਆ ਹੋਇਆ। ਅਸੀਂ ਮਸ਼ੀਨਾਂ 'ਤੇ ਟੋਕੇ ਕਰਦੇ ਆਂਗੇ, ਉੱਥੇ ਟੋਕਾ ਛੱਡ ਕੇ ਆਉਂਦੇ ਆ, ਉਹ ਬੰਦ ਕਰਿਆ ਹੋਇਆ। ਹਾਂ ਵੀ ਅਸੀਂ ਕਹਿੰਦੇ ਵੀ ਸਾਡੇ 'ਚ ਕਸੂਰ ਕੀ ਹੈ? ਜਦੋਂ ਅਸੀਂ ਆਖੇ ਕੱਖ ਵੱਢ ਕੇ ਲਿਆਉਣੇ ਨੇ ਪਾਉਣੇ ਨੇ, ਅਸੀਂ ਜੇ ਉਹਨਾਂ ਦੇ ਖੱਤੇ 'ਚ ਨਹੀਂ ਜਾਂਦੇ, ਜਿੱਥੇ ਸਾਡਾ ਹਰਾ ਚਾਰਾ ਬੀਜਿਆ ਹੋਇਆ ਉਹ ਸਾਮਲਾਟ ਤਾਂ ਬਿਜਲੀ ਡੱਡੀ ਜਾਂਦੀ ਆ, ਉੱਥੋਂ ਦੀ ਵੀ ਨਾ ਲੰਘੋ। ਕਹਿੰਦੇ ਲੱਤ ਵੱਢਾਂਗੇ। ਕੀ ਗੱਲ, ਅਸੀਂ ਕਿਉਂ ਲੱਤ ਵੱਢਾਵਾਂਗੇ? ਜ਼ਮੀਨ ਜਿਹੜੀ ਆ ਉਹ ਬ੍ਰਹਮਾ ਦੀ। ਬ੍ਰਹਮਾ ਨੇ ਉਹ ਬ੍ਰਾਹਮਣ ਨੂੰ ਦਿੱਤੀ। ਬ੍ਰਾਹਮਣ ਨੇ ਉਹ ਕਸ਼ਤਰੀ ਨੂੰ ਰਕਸ਼ਾ ਲਈ ਦੇਤੀ, ਔਰ ਕਸ਼ਤਰੀ ਨੇ ਉਹ ਵੈਸ਼ ਨੂੰ ਦੇਤੀ ਕਿ ਉਹਦੇ ਤੋਂ ਜਿਹੜਾ ਹੈ ਉਪਜ ਪੈਦਾ ਕਰੇ। ਔਰ ਉੱਥੇ ਅੱਗੇ ਕਾਮਿਆਂ ਨੂੰ, ਜਿਹੜੀ ਸਾਡੇ ਇੱਥੇ ਦਾ ਸਮਾਜ ਦਾ ਚੌਥਾ ਵਰਣ ਹੈ ਜਿਹਨੂੰ ਸ਼ੂਦਰ ਕਹਿੰਦੇ ਆ, ਉਹ ਤੋਂ ਉਸ ਕੰਮ 'ਚ ਲਾਇਆ। ਔਰ ਉਸ ਤੋਂ ਵੀ ਥੱਲੇ ਜਾ ਕੇ ਅਵਰਨ, ਜਿਨ੍ਹਾਂ ਨੂੰ ਅਨਟੱਚੇਬਲਸ ਕਹਿੰਦੇ ਆ, ਜਿਹੜੇ ਛੂਆਛੂਤ ਦੇ ਸ਼ਿਕਾਰ ਨੇ, ਜਿਹੜੇ 4 ਵਰਨਾਂ ਵਿੱਚ ਵੀ ਨਹੀਂ ਆਉਂਦੇ, ਉਹਨਾਂ ਨੂੰ ਉੱਥੇ ਗੁਲਾਮਾਂ ਦੀ ਤਰ੍ਹਾਂ ਉਹਨਾਂ ਨੇ ਕੰਮ ਕੀਤਾ। ਤਾਂ ਅੱਜ ਇਹ ਵਿਵਸਥਾ ਜਿਹੜੀ ਆ ਉਹ ਸਦੀਆਂ ਤੋਂ ਰਹੀ। ਮੁਗਲਾਂ ਵੇਲੇ ਵੀ ਦੇ ਰਾਜ 'ਚ ਵੀ ਇਹ ਵਿਵਸਥਾ ਕਾਇਮ ਰਹੀ। ਲੈਂਡ ਰਿਲੇਸ਼ਨ ਨੂੰ ਚਾਹੇ ਅੰਗਰੇਜ਼ ਆਏ, ਚਾਹੇ ਮੁਗਲ ਆਏ, ਜਾਂ ਉਸ ਤੋਂ ਪਹਿਲਾਂ ਦਾ ਜਿਹੜਾ ਕਾਲ ਸੀਗਾ, ਕਿਸੇ ਨੇ ਛੇੜਿਆ ਨਹੀਂ, ਤਬਦੀਲ ਨਹੀਂ ਕੀਤਾ।
ਕਿਉਂਕਿ ਉਹ ਰਾਜ ਚਲਾਉਣ ਲਈ ਰਾਜ ਦੀ ਆਮਦਨ ਦਾ ਬੜਾ ਵਸੀਲਾ ਰਿਹਾ। ਉੱਜੜ ਕੇ ਕਿਤੇ ਜਾਂਦਾ ਹੈ ਉਦੋਂ ਬੰਦੇ ਦੀਆਂ ਕੁਝ ਜ਼ਰੂਰਤਾਂ ਹੁੰਦੀਆਂ ਨੇ, ਪਾਉਣ ਪਾਣੀ ਦਾ, ਮੌਸਮ ਦਾ, ਰਹਿਣ ਸਹਿਣ ਦਾ, ਵੀ ਜਿੱਥੇ ਵੀ ਬੰਦੇ ਨੂੰ ਠੀਕ ਲੱਗਿਆ ਵੀ ਉਰੇ ਪਾਣੀ ਵਧੀਆ ਹੈ ਜਾਂ ਪਾਣੀ ਦਾ ਸਾਧਨ ਵਧੀਆ ਹੈ, ਲੋਕਾਂ ਨੇ ਉੱਥੇ ਪਿੰਡ ਬੰਨੇ ਜਾਂ ਜੰਗਲਾਂ ਦੇ ਵਿੱਚ ਜਿਹੜੇ ਲੋਕ ਉਦੋਂ ਉਹ ਸਮਝ ਰੱਖਦੇ ਤੇ ਉਹ ਜੰਗਲਾਂ ਦਾ ਹਾਲਾਤ ਆਖਦੇ ਤੇ ਉਹਨਾਂ ਦੇ ਜੰਗਲਾਂ ਦੇ ਨੇੜੇ ਬੰਨੇ ਵੀ ਜਾਂ ਪਿੰਡ ਉੱਜੜਦਾ ਜਿੱਥੇ ਵੀ ਉਹਨਾਂ ਨੂੰ ਕੋਈ ਆਪਣੀਆਂ ਲੋੜਾਂ ਦੀ ਪੂਰਤੀ ਹੁੰਦੀ ਹੈ ਜਾਂ ਸਮਝਦੇ ਨੇ ਉਹ ਲੋਕ ਉੱਥੇ ਉਹ ਪਿੰਡ ਬੰਨਦੇ ਨੇ। ਹਾਂ, ਤਾਂ ਫਿਰ ਜਦੋਂ ਪਿੰਡ ਬੰਨਿਆ ਜਾਂਦਾ ਉਦੋਂ ਜਾਤਾਂ ਕਿਵੇਂ ਪਿੰਡ ਦੇ ਵਿੱਚ ਡਿਵਾਈਡ ਹੁੰਦੀਆਂ ਨੇ? ਜਾਤ ਵਾਈਜ਼ ਪਿੰਡ ਕਿਵੇਂ ਤੋਂ ਡਿਵਾਈਡ ਹੁੰਦਾ? ਕੁਝ ਜਾਤਾਂ ਤਾਂ ਜਦ ਪਿੰਡ ਉੱਜੜਦਾ ਉਹਨਾਂ ਦੇ ਨਾਲ ਆ ਜਾਂਦੀਆਂ ਨੇ, ਕੁਝ ਜਾਤਾਂ ਦੀ ਲੋੜ ਪੈਂਦੀ ਹੈ, ਜਿਵੇਂ ਕੱਪੜਾ ਪਾਉਣ ਵਾਸਤੇ ਫਿਰ ਜਲਾਹੇ ਦੀ ਲੋੜ ਪਈ ਤਾਂ ਪਿੰਡ ਦੇ ਲੋਕਾਂ ਨੇ ਕਿਸੇ ਹੋਰ ਪਿੰਡ ਦੇ ਵਿੱਚੋਂ ਜਿੱਥੇ ਜਲਾਹਾਂ ਦੇ ਵੱਡੇ ਪਰਿਵਾਰ ਤੇ ਉੱਥੋਂ ਵੀ ਜਲਾਹਾ ਲਿਆਂਦਾ ਕੱਪੜਾ ਪਾਉਣ ਵਾਸਤੇ। ਉਸ ਤੋਂ ਬਾਅਦ ਕਿਸੇ ਲਦਾਰੀ ਦੀ ਲੋੜ ਪਈ, ਜਿਵੇਂ ਆਪਣੇ ਪਿੰਡ ਦੇ ਵਿੱਚ ਆਪਣੇ ਘਰ ਦੇ ਨੇੜੇ ਇੱਥੇ ਇੱਕ ਪਹਿਲਾਂ ਲਦਾਰੀ ਹੁੰਦਾ ਜੀ, ਤੇ ਉਹ ਲੋਕਾਂ ਦੀਆਂ ਪੱਗਾਂ ਰੰਗ ਦਾ, ਚੁੰਨੀਆਂ ਰੰਗ ਦਾ, ਦੁਪੱਟੇ ਰੰਗ ਦਾ, ਤੇ ਉਹ ਲਿਆਂਦੇ। ਉਸ ਤੋਂ ਬਾਅਦ ਫਿਰ ਤਰਖਾਣਾਂ ਦੀ ਲੋੜ ਪਈ, ਤਰਖਾਣ ਲਿਆਂਦੇ, ਲੋਹਾਰ ਲਿਆਂਦੇ ਜਾਂ ਦਲਿਤ ਵਰਗ ਦੇ ਜੋ ਚਮੜੇ ਦਾ ਕੰਮ ਕਰਦੇ ਤੇ ਉਹ ਬੰਦੇ ਇੱਥੇ ਲਿਆਂਦੇ ਪਿੰਡ ਦੇ ਵਿੱਚ, ਤਾਂ ਜੋ ਉਹ ਰਲ ਮਿਲ ਕੇ ਜਿਹੜੇ ਸਾਂਝਾਂ ਦੀਆਂ ਜਾਂ ਕੰਮ ਧੰਦੇ ਤੇ ਉਹਨਾਂ ਨੇ ਆਪਸ ਦੇ ਵਿੱਚ ਵੰਡੇ, ਤਾਂ ਜੋ ਉਹਨਾਂ ਦੀਆਂ ਵੀ ਲੋੜਾਂ ਪੂਰੀਆਂ ਹੁੰਦੀਆਂ ਗਈਆਂ ਤੇ ਕਿਸਾਨਾਂ ਦੀਆਂ ਲੋੜਾਂ ਪੂਰੀਆਂ ਹੁੰਦੀਆਂ। ਜਿਹੜਾ ਵਿਲੇਜ ਕਾਮਨ ਲੈਂਡ ਐਕਟ ਦੇਖਦਾ ਹੈ, ਜਿਹਨੂੰ ਅਸੀਂ ਸ਼ਾਮਲਾਤ ਜ਼ਮੀਨ ਦਾ ਕਾਨੂੰਨ ਵੀ ਕਹਿੰਦੇ ਹਾਂ, ਉਹਦੇ 'ਚ ਲਿਖਿਆ ਹੋਇਆ ਪਾਰਟਨਰ ਆਫ ਦਾ ਵਿਲੇਜ ਐਂਡ ਕਮਿਊਨਸ। ਜਿਹਨੂੰ ਪਾਰਟਨਰ ਆਫ ਦਾ ਵਿਲੇਜ, ਜਿਹਦੇ ਕੋਲ ਜ਼ਮੀਨ ਹੈ ਉਹ ਪਿੰਡ ਦਾ ਪਾਰਟਨਰ ਹੈ, ਔਰ ਜਿਹੜਾ ਜਿਹਦੇ ਕੋਲ ਜ਼ਮੀਨ ਨਹੀਂ ਹੈ ਉਹਨੂੰ ਕਮੀਨ ਕਿਹਾ ਗਿਆ। ਔਰ ਸ਼ਾਇਦ ਕਮੀਨ ਇੱਕ ਕਾਲ ਵੀ ਬਣ ਗਈ ਆ, ਸ਼ਾਇਦ ਕਮੀਨਾ ਲਫ਼ਜ਼ ਜਿਹੜਾ ਆ ਉਹ ਕਮੀਨੇ ਤੋਂ ਕਿ ਕੰਮ ਕਰਨ ਵਾਲੇ ਬੰਦੇ ਤੋਂ ਉਹ ਗਾਲ ਬਦਲ ਕੇ ਕਮੀਨਾ ਹੋ ਗਈ। ਇੱਥੇ ਕੰਮ ਕਰਨ ਵਾਲੇ ਨੂੰ ਗਾਲੀ ਦਿੱਤੀ ਗਈ ਹੈ, ਕੰਮ ਕਰਨ ਵਾਲਾ ਨੂੰ ਇਨਫੀਰੀਅਰ ਸਮਝਿਆ ਗਿਆ। ਮੈਂ ਆਪਣੀ ਗੱਲ ਕਰਦਾ ਹਾਂ, ਮੇਰੇ ਬਾਪ ਦਾਦੇ ਅੰਮ੍ਰਿਤਧਾਰੀ ਔਰ ਸਿੱਖੀ ਦੇ ਪ੍ਰਚਾਰਕ ਰਹੇ, ਪਰ ਜਦੋਂ 10 ਪੀੜ੍ਹੀਆਂ ਸਿੱਖ ਰਹਿ ਕੇ ਵੀ ਮੇਰੇ ਨਾਲੋਂ ਜ਼ਿਆਦਾ ਪੱਲਾ ਨਹੀਂ ਛੁੱਟਿਆ, ਤਾਂ ਮੈਨੂੰ ਇਹ ਮਹਿਸੂਸ ਹੋਇਆ ਕਿ ਕਿਤੇ ਗੱਲ ਹੋਰ ਖੜੀ ਹੈ। ਜੇ ਮੱਛੀ ਦਾ ਤਲਾਅ ਸਰਕਾਰ ਨੇ ਠੇਕੇ 'ਤੇ ਦੇਣਾ ਹੋਵੇ ਤਾਂ ਉਹ ਕਹਿੰਦੇ ਨਹੀਂ ਅਸੀਂ ਮੱਛੀ ਦੀ ਅਨਾਉਂਸਮੈਂਟ ਨਹੀਂ ਕਰਨੀ, ਮੱਛੀ ਦੀ ਹੱਤਿਆ ਨਾ ਹੋਵੇ ਇਸ ਕਰਕੇ ਅਨਾਉਂਸਮੈਂਟ ਨਹੀਂ ਕਰਨੀ। ਪਰ ਜਿਸ ਦਿਨ ਸੋਸ਼ਲ ਬਾਈਕਾਟ ਹੁੰਦਾ ਆ, ਉਸ ਦਿਨ ਬਾਈਕਾਟ ਦੀਆਂ ਸਾਰੀਆਂ ਅਨਾਉਂਸਮੈਂਟਾਂ ਜਿਹੜੀਆਂ ਨੇ ਉਹ ਪਿੰਡਾਂ ਦੇ ਗੁਰਦੁਆਰਿਆਂ ਤੋਂ ਹੁੰਦੀਆਂ ਕਿ ਸੋਸ਼ਲ ਬਾਈਕਾਟ ਕਰੋ, ਕੋਈ ਇਹਨਾਂ ਨੂੰ ਮੂੰਹ ਨਾ ਲਾਵੇ, ਜਿਹੜਾ ਇਹਨਾਂ ਨੂੰ ਬੁਲਾਊਗਾ ਉਹਨੂੰ 10,000 ਰੁਪਇਆ ਜੁਰਮਾਨਾ ਆ, ਹੋਰ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਸਜ਼ਾਵਾਂ ਰੱਖੀਆਂ ਜਾਂਦੀਆਂ। भक्त से तेरी सोच ते, भक्त से तेरी सोच ते, जूझ दे जुझार लोग। ਆਪਾਂ ਇਹ ਐਲਾਨ ਕਰਕੇ ਚੱਲੇ ਸੀ ਕਿ ਇਸ ਜ਼ਮੀਨ ਦੀ ਜਿਹੜੀ ਕਾਣੀ ਵੰਡ ਆ ਉਹਨੇ ਸਾਡੇ ਲੋਕਾਂ ਦਾ ਨਿਤਾਰਾ ਕਰਨਾ,
ਉਹਨੇ ਇਸ ਜਿਹੜੀ ਦੱਬੀ ਕੁਚਲੀ ਕੌਮ ਆ ਉਹਨੂੰ ਉੱਪਰ ਲੈ ਕੇ ਆਉਣਾ। ਔਰ ਉਸ ਦੇ ਸੰਘਰਸ਼ ਵਜੋਂ ਜਿਹੜੀ ਸ਼ੁਰੂਆਤ ਦੇ ਵਿੱਚ ਆਪਾਂ ਪੰਚਾਇਤੀ ਜ਼ਮੀਨਾਂ ਦਾ ਮਸਲਾ ਲੈ ਕੇ ਇਸ ਜ਼ਮੀਨ ਦੀ ਲੜਾਈ ਆ ਜਿਹੜੀ ਸ਼ੁਰੂ ਕੀਤੀ ਆ। ਬਾਲ ਕਲਾਂ ਦੇ ਮਜ਼ਦੂਰਾਂ ਦਾ ਏਕਾ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ, ਇਨਕਲਾਬ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ, ਸਾਡਾ ਏਕਾ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ, ਹੱਕ ਲਵਾਂਗੇ ਏਕੇ ਨਾਲ ਹੋਰ ਪਈ ਤਾਂ ਜੁੱਤੀ ਨਾਲ ਝੰਡੇ ਨੂੰ ਨਾਲ ਸਲਾਮ ਨਾਲ ਸਲਾਮ ਨਾਲ ਸਲਾਮ। ਪਿਛਲੇ ਸਾਲ ਮੈਂ ਤੁਹਾਨੂੰ ਦੇਖਿਆ ਸੀਗਾ, ਬਹੁਤ ਸੱਦਾ ਚੱਲਿਆ ਪੁਲਿਸ ਦਾ, ਉਹਦੇ ਬਾਰੇ ਦੱਸੋ ਤੁਸੀਂ। ਪੁਲਿਸ ਦਾ ਉਦੋਂ ਤੁਸੀਂ ਮੇਰੀ ਹਾਲਤ ਦੇਖੀ ਸੀ, ਨਾ ਹੀ ਮੈਂ ਕੁਝ ਬੋਲ ਸਕਦੀ ਸੀ। ਬਹੁਤ ਸਾਰੇ ਹਸਪੀਟਲਾਂ 'ਚ ਵੀ ਘੁਮਾਇਆ, ਜਾਣੀ ਕਿ ਸਾਨੂੰ ਕਿਤੇ ਵੀ ਕਿਸੇ ਨੇ ਨਾ ਦਵਾਈ ਨਾ ਕੋਈ ਟੀਕਾ ਵਗੈਰਾ, ਇੰਨਾ ਬੁਰਾ ਵਰਤਾਵ ਕਰਦੇ ਰਹੇ ਨੇ ਸਾਨੂੰ। ਹਸਪੀਟਲਾਂ ਦੇ ਵਿੱਚੋਂ ਕਿਤੇ ਰੇਹੜੀਆਂ ਤੋਂ ਧੱਕੇ ਮਾਰ ਕੇ ਨੀਚੇ ਗੇਰਨਾ, ਕਦੇ ਬੈੱਡ ਦੇ ਉੱਤੋਂ ਨੀਚੇ ਗੇਰਨਾ, ਬਹੁਤ ਸਾਨੂੰ ਪਰੇਸ਼ਾਨ ਕੀਤਾ। ਤੇ ਬਹੁਤ ਸਾਰਾ ਸਾਡੇ ਨਾਲ ਇੰਨਾ ਦੁੱਖ ਤਕਲੀਫ ਇਹਨਾਂ ਨੇ ਵਿਚਾਰੇ ਜਿਹੜੇ ਹੈਗੇ ਤੇ ਸਾਡੇ ਨਾਲ ਕੁਛ ਤਾਂ ਜੇਲ੍ਹ 'ਚ ਤੇ ਗਏ, ਕੁਛ ਇਹਨਾਂ ਨੇ ਬਹੁਤ ਸਾਰੇ ਸਾਡੇ ਨਾਲ ਤਕਲੀਫਾਂ ਕੱਟੀਆਂ। ਫਿਰ PGI 'ਚ ਵੀ ਲਗਾਇਆ ਗਿਆ ਸਾਨੂੰ। ਕਿਸੇ ਵੀ ਹਸਪੀਟਲ ਦੇ ਵਿੱਚ ਸਾਡਾ ਜਿਹੜਾ ਇਲਾਜ ਸੀ ਉਹ ਸਾਰਾ ਪ੍ਰਾਈਵੇਟ ਕਰਾਇਆ ਗਿਆ। ਸਰਕਾਰ ਨੇ ਸਾਨੂੰ ਕਿਸੇ ਤਰ੍ਹਾਂ ਦੀ ਕੋਈ ਮਦਦ ਨਹੀਂ ਦਿੱਤੀ। ਜਦੋਂ ਸਾਡੇ ਸੱਟਾਂ ਲੱਗੇ ਨੇ ਹਸਪੀਟਲਾਂ ਦੇ ਵਿੱਚ, ਅਸੀਂ ਇੱਕੋ ਗੋਲੀ ਉਹਨਾਂ ਦੀ ਰੱਖੀ ਹੋਈ ਸੀ, ਚਾਹੇ ਕਿਸੇ ਦੇ ਥੋੜ੍ਹੀ ਸੱਟ ਤੀ ਚਾਹੇ ਕਿਸੇ ਦੇ ਬਹੁਤੀ ਸੱਟ ਤੀ, ਉਹਨਾਂ ਨੇ ਇੱਕੋ ਗੋਲੀ ਬਸ ਹਰ ਇੱਕ ਮਰੀਜ਼ ਨੂੰ ਉਹੀ ਦੇਣੀ ਸੀਗੀ। ਨਾ ਕੋਈ ਟੀਕਾ ਵਗੈਰਾ, ਨਾ ਕੋਈ ਪੱਟੀ ਵਗੈਰਾ, ਕੁਛ ਵੀ ਕਿਸੇ ਤਰ੍ਹਾਂ ਦਾ ਵੀ ਉਹਨਾਂ ਨੇ ਕੁਝ ਸਾਡੇ ਨਾਲ ਨਹੀਂ ਕੀਤਾ, ਨਾ ਹੀ ਸਾਨੂੰ ਪੁੱਛਿਆ ਗਿਆ। ਝਿੜਕਾ ਦਿੰਦੇ ਤੇ ਬੁਰਾ ਬੋਲਦੇ ਤੇ ਗਏ। ਬਹੁਤ ਸਾਰਾ ਅਸੀਂ ਨੇ ਦੁੱਖ ਕੱਟਿਆ ਤਾਂ ਇੱਥੇ ਤੱਕ ਅਸੀਂ ਪਹੁੰਚ ਕਰ ਰਿਹਾ। ਹਾਲੇ ਰਸਤਾ ਜਾਣੀ ਕਿ ਸਾਨੂੰ ਲੱਭ ਗਿਆ, ਤੁਰੇ ਜਾਵਾਂਗੇ, ਇਸ ਰਸਤੇ ਦੇ ਵਿੱਚੋਂ ਪਿੱਛੇ ਨਹੀਂ ਹਟਾਂਗੇ। 1768 ਵਿਗੇ ਪੰਚਾਇਤੀ ਜ਼ਮੀਨ ਜੀ, ਜਿਹਦੇ ਵਿੱਚੋਂ ਅਸੀਂ ਇਹ ਆਪਣਾ ਹੱਕ ਲੈਣ ਵਾਸਤੇ ਅਸੀਂ ਇਹਦਾ ਸੰਘਰਸ਼ ਲੜਿਆ। ਬੋਲੀ ਦੇ ਗਏ, ਜਾਮ ਲਾਇਆ, ਲਾਠੀ ਚਾਰਜ ਹੋਇਆ, ਜੇਲ੍ਹਾਂ 'ਚ ਗਏ, ਜਾਣੀ ਇਹਦਾ ਅਸੀਂ ਬਹੁਤ ਲੜੀ ਵਾਰ ਪੂਰਾ ਸੰਘਰਸ਼ ਲੜਿਆ ਜੀ। ਉਦੋਂ ਬਾਅਦ ਅਸੀਂ ਇਹਦੀ ਪੂਰੀ ਲੜਾਈ ਲੜ ਕੇ 29/8 ਨੂੰ ਇਹਦਾ ਅਸੀਂ ਕਬਜ਼ਾ ਲਿਆ। ਕਬਜ਼ਾ ਲੈ ਕੇ ਅਸੀਂ ਇਹ ਸਾਂਝੀ ਖੇਤੀ ਕਮੇਟੀ ਵੱਲੋਂ ਚਲਾਈ ਜੀ। ਇਹਦੀ ਕਮਾਈ ਕਰਕੇ ਜਿਹੜਾ ਇਹਦਾ ਹਿੱਸਾ ਪ੍ਰਾਪਤ ਕਰਿਆ ਹੈ, ਉਹਦੇ ਵਿੱਚੋਂ ਅਸੀਂ ਸਾਡੇ ਦਲਿਤ ਭਾਈਚਾਰੇ ਨੂੰ 2-2 ਕੁਆਂਟਲ ਕਣਕ, 1-1 ਟਰਾਲੀ ਤੂੜੀ ਦੀ, ਬਰਸੀਨ, ਜਾਣੀ ਇਹ ਲੋਕਾਂ ਨੂੰ ਅਸੀਂ ਪ੍ਰਾਪਤ ਕਰਕੇ ਦਿੱਤਾ। ਅਸੀਂ ਇਹ ਕੰਮਕਾਰ ਜੀ, ਕੱਖ ਕੰਡਾ, ਰੇਹ ਤੇਲ, ਇਹ ਮੇਰੀ ਜ਼ਿੰਮੇਵਾਰੀ ਹੈ। ਹਾਂਜੀ, ਇਹਦਾ ਬਹੁਤ ਜ਼ਿਆਦਾ ਜੀ। ਉੱਥੇ ਕੰਮ ਬਹੁਤ ਘੱਟ ਕਰਨਾ ਪੈਂਦਾ ਉਰੇ, ਉੱਥੇ ਦਿਨ ਰਾਤ। ਇੱਥੇ ਕੋਈ ਆਪਾਂ ਚਰੀ ਨਹੀਂ ਵੱਢਣੀ, ਇਹਦਾ ਬੀਬੀਆਂ ਨੂੰ ਦੱਸਣਾ ਹੀ ਆ ਵੀ ਕਿਆਰਾ ਭੁੱਲ ਗਈਆਂ ਤਾਂ ਕਿਆਰੇ 'ਚ ਦੱਸਿਆ ਜੀ ਆਪਾਂ, ਹੈ ਜੀ। ਵੀ ਜਾ ਕਿਸੇ ਨੂੰ ਚੁਕਾਉਣਾ ਪੰਡ ਉਹ ਚੁਕਾ ਦਿੰਦੀ ਆ, ਕੋਈ ਕਿਸੇ ਨੂੰ ਤਕਲੀਫ ਨਹੀਂ ਆਉਂਦੀ ਸਾਡੇ। ਇਹੀ ਸਾਡੇ ਭਾਈਆਂ ਦਾ ਇਤਫਾਕ ਆ ਸਾਡਾ, ਹੈ ਜੀ। ਹਾਂਜੀ, ਇਹ 'ਚ ਕੋਈ ਸ਼ੀਰੀ ਵਾਲਾ ਕੰਮ ਨਹੀਂ। ਹਾਂਜੀ, ਇਹ 'ਚ ਮਾਣ ਇੱਜ਼ਤ ਬਹੁਤ ਜ਼ਿਆਦੇ ਆ। ਹਰੇਕ ਬੰਦਾ ਆ ਕੇ ਇੱਜ਼ਤ ਕਰਦਾ ਸਾਡੀ, ਹੈ ਜੀ। ਉਹਦੇ ਨਾਲ ਹੀ ਸਾਡੀ ਦਿਹਾੜੀ ਲੰਘ ਜਾਂਦੀ ਇੱਥੇ ਫਿਰਦਿਆਂ ਦੀ ਨਾਲ, ਹੈ ਜੀ। ਹਾਂ, ਉਹ ਤਾਂ ਸਾਡਾ ਖੇਤ ਆ, ਇਹ ਸਾਨੂੰ ਇਹ ਜ਼ਿੰਮੇਵਾਰੀ ਨਿਭਾਉਣੀ ਪੈਂਦੀ ਆ। ਇਹ ਜੇ ਮੈਂ ਨਹੀਂ ਕਰੂੰ ਫਿਰ ਦੂਜਾ ਵੀ ਟੋਕੂ, ਜੇ ਮੈਂ ਹੀ ਕਰੀ ਜਾਊਂ ਤਾਂ ਟੋਕਦਾ ਨਹੀਂ। ਆ ਕੇ ਉਹ ਵੀ ਲੱਗ ਜਾਂਦੇ ਨੇ ਨਾਲ ਛਕਾਂ ਦੀ ਕੰਮ ਕਰਾਉਣ। ਜੇ ਮੇਰੇ ਉੱਤੋਂ ਦੀ ਕੰਮ ਪੈਂਦਾ ਤਾਂ ਇਹ ਫਿਰ ਇਹ ਮੁੰਡਿਆਂ ਨੂੰ ਕਹੀਦਾ ਵੀ ਕੰਮ ਕਰਾ ਦਿਓ ਭਾਈ, ਇਹ ਕਰਾ ਦਿੰਦੇ ਨੇ। ਵੀ ਕੋਈ ਹਾਂ ਕੋਈ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਹੈਗੀ ਉਰੇ। ਸਾਡਾ ਖੇਤ ਆ, ਅਸੀਂ ਆਉਣ ਵਾਲੇ ਆਂਗੇ। ਪਰੇਸ਼ਾਨ ਕਿਹਨੇ ਕਰਨਾ ਇੱਥੇ? ਸਾਰੇ ਭਾਈਆਂ ਦਾ ਖੇਤ ਆ ਸਾਡਾ।
ਹੈ ਜੀ ਹਾਂਜੀ ਇਹ ਤਾਂ ਇਹ ਸਾਨੂੰ ਗੱਲ ਸਹੀ ਪੁੱਛਣ ਜੱਟ ਸਾਡੇ ਕੋਈ ਵੀ ਨਹੀਂ ਰਾਜੀ ਹੈ ਸਾਡੇ ਕੋਲ ਸਾਡੇ ਤਾਂ ਭਾਵੇਂ ਕਿਸੇ ਦਾ ਹੈਗਾ ਇਹ ਦੇਖਦੇ ਨੇ ਵੀ ਸਾਡੇ ਗੁਲਾਮ ਰਹਿਣ ਬਸ ਗੁਲਾਮ ਰਹਿਣ ਹਾਂ ਸਾਡੇ ਹੋਰ ਪਿੰਡਾਂ ਦੇ ਅਸੀਂ ਜਾਂਦੇ ਆਨੇ ਆ ਕੰਮ ਵੀ ਕਰਦੇ ਨੇ ਖੇਤੀਬਾੜੀ ਤੇ ਵੀ ਜਾਂਦੇ ਆ ਸਾਰੇ ਪਿੰਡਾਂ ਦੀ ਸਹੂਲਤ ਹੈ ਜ਼ਿਮੀਂਦਾਰਾਂ ਦੀ ਕੀ ਸੋਚਿਆ ਵੀ ਜੇ ਗਰੀਬ ਆ ਮਾੜਾ ਮੋਟਾ ਉਸਕੂ ਆ ਆਪਣੇ ਆਉਂਦਾ ਜਾਂਦਾ ਰਹੂਗਾ ਉਹਦੇ ਕਹਿੰਦੇ ਵੀ ਸਾਲਾ ਜਿੱਦਾਂ ਥੱਲੇ ਰਹੂ ਨੀਵਾਂ ਆਪਣੇ ਤਾਂ ਕੰਮ ਕਰ ਰਹੇ ਨੇ ਆਪਾਂ ਨੇ ਹੁਣ ਜ਼ਮੀਨਾਂ ਦੀ ਲੜਾਈ ਕੱਟੀ ਆਪਾਂ ਨੇ 40-50 ਪਿੰਡਾਂ ਜ਼ਮੀਨ ਲੈ ਲਈ ਆਪਣੇ ਮਜ਼ਦੂਰਾਂ ਨੇ ਅੱਛਾ ਘੱਟ ਰੇਟ ਤੇ ਜ਼ਮੀਨ ਲਈ ਆਪਣੀ ਪੰਚਾਇਤੀ ਨਹੀਂ ਹੁੰਦੀ ਤੁਹਾਡੇ ਵੀਡੀਓ ਨੇ ਤੀਜੇ ਤੇ ਕਬਜ਼ਾ ਕਰਤੀ ਇੱਕ ਵਾਰੀ ਯਾਦ ਆ ਮੇਰੇ ਗੱਲ ਸਮਝ ਗਿਆ ਮੈਂ ਅਸੀਂ ਉਦੋਂ ਬਾਅਦ ਮੀਟਿੰਗ ਵੀ ਕਰਾ ਕੇ ਤੁਹਾਡੇ ਪਿੰਡ ਦੇ ਇੱਥੇ ਵੀ ਯਾਰ 2009 ਚ ਦੀ ਗੱਲ 2009 ਦੀ ਕਰਨਾ ਇੱਕ ਪਟਾਲ ਦੀ ਗੱਲ ਉਹ ਐਂ ਕਬਜ਼ਾ ਕਰਨਾ ਥੋੜਾ ਜਿਹਾ ਇੱਕ ਕਾਨੂੰਨ ਮੁਤਾਬਕ ਗਲਤ ਦੀ ਗੱਲ ਆਪਾਂ ਰੇਟ ਘਟਾਉਣ ਦੀ ਗੱਲ ਕਰਦੇ ਹਾਂ ਸਾਨੂੰ ਘੱਟ ਰੇਟ ਤੇ ਜ਼ਮੀਨ ਦੀ ਸਾਡੀ ਜ਼ਮੀਨ ਆ ਜੀ ਬਸ ਸਪਰੇਅ ਦੇ ਕਾਰਨ ਉਹਨੇ ਬੱਚੇ ਸਿੱਟਦੀਆਂ ਸਪਰੇਹਾਂ ਦੇ ਕਾਰਨ ਬੱਚੇ ਹੁਣ ਝੋਨਾ ਦੀਆਂ ਦਵਾਈਆਂ ਪੈਣ ਲੱਗ ਕਰੋ ਬੱਚੇ ਸਿੱਟੀ ਜਾਂਦੀਆਂ ਇਹ ਜਾਂ ਹੁਣ ਜਿਹੜੀਆਂ ਰਾਹਾਂ ਤੇ ਖੱਬਲਾਂ ਵਾਲੀਆਂ ਦਵਾਈਆਂ ਸਿੱਟੀਆਂ ਹੋਈਆਂ ਛਿੜਕਾਂ ਹੁੰਦੀਆਂ ਇਹ ਖਾ ਜਾਂਦੀਆਂ ਉਹ ਬੱਚਿਆਂ ਨੂੰ ਘਾਟ ਪਾਉਂਦੀਆਂ ਇਹਨਾਂ ਨੂੰ ਇਹ ਕਰ ਦਿੰਦੇ ਸਾਰਿਆਂ ਨੂੰ ਔਖੀ ਆ ਇਹ ਇਹਦਾ ਠੀਕ ਆ ਹੁਣ ਸਰਦੇ ਨੂੰ ਕਚਾਰਨੀਆਂ ਪੈਂਦੀਆਂ ਜੇ ਹੁਣ ਦਿਹਾੜੀ ਕਿੰਨੀ ਸੋਚ ਕੇ ਦਿਹਾੜੀ ਹੁੰਦੀ ਨਹੀਂ ਦਿਹਾੜੀ ਦੀ ਕੀ ਸਮੱਸਿਆ ਦਿਹਾੜੀ ਦੀ ਸਮੱਸਿਆ ਮਿਲਦੀ ਨਹੀਂ ਹੁਣ ਦਿਹਾੜੀ ਨਹੀਂ ਦਿਹਾੜੀ ਵੀਰੇ ਜਦੋਂ ਆਪਾਂ ਕੀਤੀ ਨਹੀਂ ਮੈਂ ਮੁੱਢ ਤੋਂ ਮੈਂ 10 ਸਾਲ ਦਾ ਇਹਨਾਂ 'ਚ ਵੜਿਆ ਵਾਂ ਮੈਂ ਜੱਟ ਤੇ ਜਾ ਕੇ ਨਹੀਂ ਦੇਖਿਆ ਵੀ ਦਿਹਾੜੀ 'ਚ ਵੀ ਪਾਣੀ ਵੀ ਨਹੀਂ ਵੱਢ ਕੇ ਵੇਖਿਆ ਵੀ ਨੱਕਾ ਕਿਵੇਂ ਵੱਢੀਦਾ ਹੁੰਦਾ ਤੇ ਨਹੀਂ ਜਾਣਾ ਆਪਦਾ ਕੀਤਾ ਭਲਾ ਇਹ ਚੰਗਾ ਭਲਾ ਮਾੜਾ ਸਮੱਸਿਆ ਕੀ ਉੱਥੇ ਜਾਣ ਕਿਵੇਂ ਐਵੇਂ ਕਿ ਅਸੀਂ ਗੁਲਾਮੀ ਕਰਾਂਗੇ ਅਲਾ 100 ਕਹੂਗਾ ਐ ਨਹੀਂ ਐਂ ਕਰ ਇੱਧਰੋਂ ਐ ਨਹੀਂ ਐਂ ਕਰ ਐਵੇਂ ਕੀ ਲੋੜ ਆ ਆਪਦਾ ਕੀਤਾ ਤਾਂ ਹੈਗਾ ਇਹਦੇ 'ਚ ਆਜ਼ਾਦੀ ਜ਼ਿਆਦਾ ਹੈ ਕਿਸੇ ਗੁਲਾਮੀ ਨਾਲ ਆਪਦਾ ਕੰਮ ਵਧਗਾ ਯਾਰ ਜਿਹੋ ਜਿਹਾ ਮਰਜ਼ੀ ਹੋਵੇ ਕੋਈ ਵੀ ਕਾਰੋਬਾਰ ਕਰ ਲਾ ਹੁਣ ਤੂੰ ਆਹ ਕਾਰੋਬਾਰ ਕਰ ਤੈਨੂੰ ਇਹਦਾ ਭੇਜਤਾ ਸਾਨੂੰ ਇਹਨਾਂ ਦਾ ਭੇਜਤਾ ਖੇਤੀ ਵਾਲੇ ਨੂੰ ਖੇਤੀ ਦਾ ਭੇਜਤਾ ਅੱਡੋਡੀ ਕਾਰੋਬਾਰ ਕਰੇ ਦਾ ਭੇਜਤਾ ਕਦੇ ਸੋਨੇ ਦਾ ਪਿੰਜਰਾ ਹੈ ਕਦੇ ਚਾਂਦੀ ਦੀ ਗੋਲੀ ਹੈ ਸ਼ਿਕਾਰੀ ਹੈ ਬੜਾ ਸ਼ਾਤਿਰ ਜਾਂ ਸਾਡੀ ਅੱਖ ਬੋਲੀ ਹੈ ਕਦੇ ਸੋਨੇ ਦਾ ਪਿੰਜਰਾ ਹੈ ਕਦੇ ਚਾਂਦੀ ਦੀ ਗੋਲੀ
है, शिकारी है बड़ा शातिर जा साडी अख बोली है। जाल फसलां दे रंग वर्गे जाल फसलां दे रंग वर्गे जो साडी भुख नू छलदे ने। तू सिली सिली रात विच देखी किवें अरमान बलदे ने। तू सिली सिली रात विच देखी किवें अरमान बलदे ने, किवें अरमान बलदे